ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ, ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ, ਆਓ ਮੁੜ ਤੋਂ ਗੂੜਾ ਕਰੀਏ ਰਿਸ਼ਤਾ ਸਾਹਿਤਕ ਤੰਦਾਂ ਵਾਲਾ। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਤੁਸੀਂ ਜਸ ਪੰਜਾਬੀ ਦੀ ਖਿੜਕੀ ਦੇ ਰਾਹੀਂ ਜੁੜ ਚੁੱਕੇ ਹੋ ਪ੍ਰੋਗਰਾਮ ਸਾਹਿਤਕ ਤੰਦਾਂ ਦੇ ਨਾਲ। ਸਾਹਿਤਕ ਤੰਦ ਦੀ ਜਿਹੜਾ ਅੱਜ ਦਾ ਸਫ਼ਰ ਹੈ ਬੜਾ ਖੂਬਸੂਰਤ ਹੋਣ ਵਾਲਾ ਹੈ। ਜਿਸ ਸ਼ਖਸ ਨੂੰ ਮੈਂ ਪਿਛਲੇ 20 ਸਾਲ ਤੋਂ ਸੁਣਦਾ ਆ ਰਿਹਾ, ਜਿਸ ਦੇ ਬਾਰੇ ਸੁਣਦਾ ਆ ਰਿਹਾ, ਅੱਜ ਕੁਦਰਤ ਨੇ ਪਹਿਲਾ ਸਬੱਬ ਬਣਾਇਆ ਕਿ ਅੱਜ ਉਹਨਾਂ ਨਾਲ ਮੇਰੀ ਮੁਲਾਕਾਤ ਵੀ ਹੋ ਰਹੀ ਹੈ। ਪਿਛਲੇ 20 ਸਾਲ ਤੋਂ ਸਾਡੇ ਮੇਰੇ ਲਾਈਨ ਦੇ ਮੇਰੇ ਸਾਥੀ, ਮੇਰੇ ਦੋਸਤ ਜਿਹੜੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਡਿਪਾਰਟਮੈਂਟ ਦੇ ਵਿੱਚੋਂ ਪੜ੍ਹ ਕੇ ਮੁੰਬਈ ਮਹਾਨਗਰੀ ਦੇ ਵਿੱਚ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੇ ਲਈ ਪਹੁੰਚੇ, ਉਹਨਾਂ ਨੂੰ ਜਿਸ ਸ਼ਖਸ ਨੇ ਸਭ ਤੋਂ ਪਹਿਲਾਂ ਓਟ ਆਸਰਾ ਦਿੱਤਾ, ਜਿਸ ਸ਼ਖਸ ਨੇ ਉਹਨਾਂ ਦਾ ਹੌਸਲਾ ਵਧਾਇਆ, ਜਿਸ ਸ਼ਖਸ ਨੇ ਉਹਨਾਂ ਨੂੰ ਉਸ ਮਹਾਨਗਰੀ, ਸੁਪਨਿਆਂ ਦੀ ਮਹਾਨਗਰੀ ਜਿੱਥੇ ਜਾ ਕੇ ਬੰਦੇ ਗਵਾਚ ਜਾਂਦੇ ਆ, ਉੱਥੇ ਸਰਵਾਈਵ ਕਰਨ ਦਾ ਤਰੀਕਾ ਸਿਖਾਇਆ, ਜਿਹਨੇ ਵੱਡੇ ਭਾਈ ਬਣ ਕੇ ਸਾਰਿਆਂ ਦੀ ਬਾਂਹ ਫੜੀ ਔਰ ਸਾਰਿਆਂ ਨੂੰ ਦੱਸਿਆ ਕਿ ਇਸ ਇੰਡਸਟਰੀ ਦੇ ਵਿੱਚ ਆਹ ਚੀਜ਼ਾਂ ਦਾ ਖਿਆਲ ਰੱਖਣਾ ਹੈ, ਇਹਨਾਂ ਚੀਜ਼ਾਂ ਦੇ ਨਾਲ ਬਾਵਾਸਤਾ ਹੋਣਾ, ਇਹਨਾਂ ਤੋਂ ਦੂਰ ਰਹਿਣਾ ਹੈ, ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ, ਆਪਣੇ ਪ੍ਰੋਫੈਸ਼ਨ ਨੂੰ ਕਿਵੇਂ ਬਿਹਤਰ ਬਣਾਉਣਾ ਹੈ। ਉਸ ਪਿਆਰੇ ਜਿਹੇ ਸ਼ਖਸ ਨੂੰ ਅੱਜ ਮੈਂ ਮਿਲਿਆ ਤਾਂ ਕਿਉਂਕਿ ਗੱਲਾਂ ਚੱਲਦੀਆਂ ਰਹਿੰਦੀਆਂ ਸੀ, ਅਸੀਂ ਇੱਕ ਦੂਜੇ ਤੋਂ ਗੱਲਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਸੁਣਦੇ ਰਹਿੰਦੇ ਸੀਗੇ। ਫਿਰ ਅੱਜ ਜਦੋਂ ਨਿੱਜੀ ਤੌਰ ਦੇ ਉੱਤੇ ਮਿਲਿਆ ਤਾਂ ਫਿਰ ਮੈਨੂੰ ਉਹ ਸਤਰਾਂ ਫਿਰ ਮੈਨੂੰ ਮੁੜ ਚੇਤੇ ਆ ਗਈਆਂ ਕਿ ਜਦੋਂ ਇੱਕ ਸ਼ਖਸ ਦਾ ਨਾਮ ਬਣ ਜਾਂਦਾ, ਇੱਕ ਬੰਦਾ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਹੈ, ਉਦੋਂ ਉਸ ਸ਼ਖਸ ਨੂੰ ਸਾਰੇ ਜਾਣ ਰਹੇ ਹੁੰਦੇ ਨੇ, ਪਰ ਜਦੋਂ ਉਸ ਦਾ ਫਾਕਿਆਂ ਦਾ ਦੌਰ ਚੱਲ ਰਿਹਾ ਹੁੰਦਾ ਜਾਂ ਜਦੋਂ ਉਹਨਾਂ ਦਾ ਸੰਘਰਸ਼ ਦਾ ਪੀਰੀਅਡ ਚੱਲ ਰਿਹਾ ਹੁੰਦਾ ਹੈ, ਉਦੋਂ ਫਿਰ ਇਹ ਸਤਰਾਂ ਢੁੱਕਦੀਆਂ ਨੇ ਕਿ ਖੁਦ ਹੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ, ਖੁਦ ਹੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ, ਮੈਂ ਅਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ, ਤੂੰ ਹੁਣ ਭੇਜੇ ਜਾਂ ਅਗਲੇ ਪਲ, ਤੂੰ ਹੁਣ ਭੇਜੇ ਜਾਂ ਅਗਲੇ ਪਲ, ਤੇਰੀ ਹਉਮੈ ਦੀ ਹੈ ਮਰਜ਼ੀ, ਮੈਂ ਕੁੱਲ ਜੰਗਲ ਦਾ ਜਾਣੂ ਹੋ ਗਿਆ ਬਨਵਾਸ ਤੋਂ ਪਹਿਲਾਂ। ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ ਤੇ, ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ ਤੇ, ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ। ਭਾਰਤੀ ਫਿਲਮ ਇੰਡਸਟਰੀ ਜਾਂ ਥੀਏਟਰ ਇੰਡਸਟਰੀ ਦੇ ਵਿੱਚ ਦੋ ਨਾਮ ਹੋਏ ਨੇ, ਇੱਕ ਦਿੱਲੀ ਵਾਲੇ ਬੈਰੀ ਜੌਨ ਭਾਜੀ ਜਿਨ੍ਹਾਂ ਦਾ ਇੱਕੋ ਇੱਕ ਸ਼ਾਗਿਰਦ ਮਸ਼ਹੂਰ ਹੋ ਗਿਆ ਤੇ ਬਾਲੀਵੁੱਡ ਦਾ ਕਿੰਗ ਖਾਨ ਬਣ ਗਿਆ ਸ਼ਾਹਰੁਖ ਖਾਨ, ਤੇ ਦੂਜੇ ਸਾਡੇ ਵਾਲੇ ਬੈਰੀ ਭਾਜੀ, ਬੈਰੀ ਢਿੱਲੋਂ ਭਾਜੀ, ਜਿਨ੍ਹਾਂ ਬਾਰੇ ਮੈਂ ਸਾਰੀਆਂ ਸਤਰਾਂ ਬੋਲ ਕੇ ਹਟਿਆ। ਆਓ ਜੀ ਆਇਆਂ ਕਹਿੰਦੇ ਹਾਂ, ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਫਿਰ ਸਫ਼ਰ ਸ਼ੁਰੂ ਕਰਾਂਗੇ। ਭਾਜੀ ਜੀ ਆਇਆਂ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਛੋਟੇ ਵੀਰ, ਬਹੁਤ ਸੋਹਣੀਆਂ ਗੱਲਾਂ ਕਹਿ ਕੇ ਤੁਸੀਂ ਵੱਡੀਆਂ ਗੱਲਾਂ ਕਹੀਆਂ ਮੇਰੀਆਂ। ਨਹੀਂ ਭਾਈ, ਮੇਰੀਆਂ ਗੱਲਾਂ ਲਾਲ ਕਰ ਦਿਓ। ਸ਼ੁਰੂ 'ਚ ਹਾਸੇ ਆ ਗਏ ਭਾਜੀ। ਹੋਰ ਕਿੱਦਾਂ, ਸਿਹਤ ਕਿੱਦਾਂ? ਬਸ ਅਕਾਲ ਪੁਰਖ ਦਾ ਸ਼ੁਕਰ ਹੈ, ਬਹੁਤ ਵਧੀਆ, ਮਿਹਰ ਹੈ, ਕਿਰਪਾ ਹੈ। ਅੱਜ ਕੱਲ੍ਹ ਤੁਸੀਂ ਬੰਬੇ ਨੂੰ ਛੱਡਿਆ ਹੋਇਆ, ਪਿਛਲੇ 10 ਸਾਲ ਤੋਂ ਤੁਸੀਂ US ਦੇ ਵਿੱਚ ਰਹਿ ਰਹੇ ਹੋ ਜੀ। 4 ਦਿਨ ਪਹਿਲਾਂ, ਚੌਥੇ ਮਤਲਬ ਤੁਸੀਂ ਇੱਥੇ ਆ ਗਏ, ਪਹਿਲਾਂ ਤਾਂ ਦੱਸੋ ਵੀ ਕਿਵੇਂ ਜੇ ਲੱਗਿਆ ਪੰਜਾਬ ਆ ਕੇ? ਇੱਕ ਤਾਂ ਪੰਜਾਬ ਦੀ ਗਰਮੀ ਦੇ ਬਾਬਤ ਵੀ, ਤੇ ਵੈਸੇ ਵੀ ਮਤਲਬ ਆਪਣੀ ਮਿੱਟੀ ਤੇ ਜਦੋਂ ਆਪਾਂ ਆਉਂਦੇ ਹਾਂ ਤਾਂ ਫਿਰ ਮੁੜ ਕੇ ਕਈ ਸਾਰੀਆਂ ਚੀਜ਼ਾਂ ਤਾਜ਼ੀਆਂ ਹੁੰਦੀਆਂ ਨੇ। ਉਹ ਗੱਲ ਹੈ ਤੇ ਕਿ ਜਦੋਂ ਵੀ ਹਿੰਦੁਸਤਾਨ ਆਈਦਾ, ਮੁੜ ਕੇ ਭਾਰਤ ਆਈਦਾ, ਤੇ ਖਾਸ ਕਰ ਜਦੋਂ ਆਪਣੇ ਪੰਜਾਬ ਮੁੜੀ ਦਾ ਚਾਅ ਤਾਂ ਹੁੰਦਾ, ਪਰ ਹਾਂ ਗਰਮੀ ਬਹੁਤ ਲੱਗ ਰਹੀ ਹੈ। ਔਰ ਇਹ ਬਾਏ ਚਾਂਸ ਹੀ ਹੈ ਕਿ ਮੈਂ ਪਹਿਲਾਂ ਜਦੋਂ ਵੀ ਆਇਆ ਆਪਣਾ ਇੰਡੀਆ ਜੀ, ਤੇ ਮੋਸਟਲੀ ਮੈਂ ਸਰਦੀਆਂ ਵੇਲੇ, ਠੰਡੇ ਵੇਲੇ ਆਉਂਦਾ ਸੀ, ਕੋਸ਼ਿਸ਼ ਕਰਦਾ ਸੀ। ਐਤਕੀ ਕੁਛ ਹਾਲਾਤ ਇਹੋ ਜਿਹੇ ਬਣੇ, ਕੁਛ ਕੰਮ ਸੋਚੇ ਇਹੋ ਜਿਹੇ ਜਿਹੜੇ ਕਰਨੇ ਸੀ, ਤੇ ਉਹ ਇਸ ਕਰਕੇ ਇਸ ਵੇਲੇ ਹੀ ਆਉਣਾ ਬਣਿਆ। ਤੇ ਐਂ ਤਾਂ ਪਤਾ ਸੀਗਾ ਵੀ ਗਰਮੀ ਹੈਗੀ ਹੈ, ਪਰ ਐ ਨਹੀਂ ਪਤਾ ਵੀ ਇੰਨੀ ਗਰਮੀ ਹੈ ਨਾ ਕਿ ਰੰਗ ਪਿਘਲ ਜੂਗਾ। ਰੰਗ ਪਿਘਲ ਜੂਗਾ। ਨਹੀਂ ਬੈਰੀ ਭਾਜੀ, ਪਤਾ ਕੀ, ਇਹ ਇੱਕ ਟੈਕਨੀਕਲ ਜਿਹਾ ਕੰਮ ਹੈ। ਦੇਖੋ, ਗਰਮੀ, ਤੁਸੀਂ ਰੰਗ ਪਿਘਲਣ ਦੀ ਗੱਲ ਕੀਤੀ, ਮੈਨੂੰ ਲੱਗਦਾ ਵੀ ਇਹ ਕੁਦਰਤ ਇੰਨੀ ਕਹਿਰਵਾਨ ਨਹੀਂ ਹੋਈ ਜਿੰਨਾ ਬੰਦਾ ਕੁਦਰਤ ਤੇ ਹੋ ਗਏ ਸ਼ਾਇਦ। ਜੀ, ਜਿੰਨਾ ਅਸੀਂ ਮਤਲਬ ਵਿਗਾੜ ਕੀਤਾ ਬਹੁਤ ਜ਼ਿਆਦਾ। ਮਤਲਬ ਇਹ ਆਪਾਂ ਜਿਵੇਂ ਦੇਖੀਏ ਕਿ ਦਰਖਤ ਅਸੀਂ ਵੱਢੀ ਜਾ ਰਹੇ ਹਾਂ, ਮਤਲਬ ਅਸੀਂ ਪ੍ਰਕਿਰਤੀ ਦਾ ਖਿਆਲ ਹੀ ਨਹੀਂ ਕਰ ਰਹੇ। ਇਹ ਗਰਮੀ ਅਸੀਂ ਆਪ ਵਧਾਈ ਹੈ ਪੰਜਾਬ ਦੇ ਵਿੱਚ, ਮਤਲਬ ਇੰਡੀਆ ਦੇ ਵਿੱਚ ਵੀ ਅਸੀਂ ਜਿਹੜੀ ਹੈ ਆਪ ਵਧਾਈ ਹੈ। ਜਿਵੇਂ ਆਪਾਂ ਦੇਖੀਏ ਕਿ ਉਹ ਅਰਬ ਮੁਲਕ ਜਿਹੜੇ ਹੈਗੇ, ਦੁਬਈ ਵਗੈਰਾ, ਉਹ ਜਿੱਥੇ ਜਮਾ ਹੀ ਰੇਗਿਸਤਾਨ ਹੁੰਦਾ ਸੀ, ਉੱਥੇ ਉਹਨਾਂ ਨੇ ਦਰਖਤ ਲਾ ਕੇ, ਵਨਸਪਤੀ ਲਾ ਕੇ, ਤੇ ਉੱਥੇ ਟੈਂਪਰੇਚਰ ਥੱਲੇ ਲਿਆਏ। ਇਹ ਆਪਾਂ ਕਈ ਥਾਂ ਸੁਣਿਆ ਵੀ ਹੈ, ਪੜ੍ਹਿਆ ਵੀ ਹੈ ਕਿ ਸਿਆਣੇ ਬੰਦਿਆਂ ਤੋਂ, ਤਾਂ ਐਕਚੁਅਲੀ ਸੱਚ ਇਹੀ ਹੈ ਨਾ। ਤੇ ਹਾਲੀ ਵੀ ਜੇ ਆਪਾਂ ਨੂੰ ਥੋੜਾ ਜਿਹਾ ਆਪਾਂ ਅਕਲ ਨੂੰ ਹੱਥ ਮਾਰੀਏ ਤੇ ਦਰਖਤ ਲਾਉਣ ਲੱਗ ਪਈਏ, ਕਈ ਸਿਆਣੇ ਲੋਕ ਕਰ ਵੀ ਰਹੇ ਨੇ ਉਪਰਾਲਾ, ਉਹਨਾਂ ਦੀ ਮਦਦ ਕਰੀਏ, ਹਾਲੀ ਵੀ ਬਚਾ ਸਕਦੇ ਹਾਂ। ਭਾਜੀ ਸਵਾਲ ਬੜਾ ਰਵਾਇਤੀ ਹੈ, ਮੈਂ ਪਹਿਲਾਂ ਵੀ ਮਤਲਬ ਸਾਰਿਆਂ ਨੂੰ ਕਹਿ ਦਿੰਦਾ ਹੁੰਦਾ, ਮਤਲਬ ਔਨ ਕੈਮਰਾ ਕਹਿ ਦਿੰਦਾ ਹੁੰਦਾ ਕਿ ਸਵਾਲ ਰਵਾਇਤੀ ਹੈ, ਹਰ ਐਂਕਰ ਇਸ ਨੂੰ
ਆਪਣੇ ਤਰੀਕੇ ਨਾਲ ਪੁੱਛਦਾ ਜਾਂ ਸਮਝਦਾ। ਪਰ ਮੇਰਾ ਇਹ ਮੰਨਣਾ ਹੈ ਕਿ ਇਹ ਸਵਾਲ ਇਸ ਕਰਕੇ ਮਹੱਤਵਪੂਰਨ ਹੋ ਜਾਂਦਾ, ਪਹਿਲਾ ਹੀ ਸਵਾਲ ਜਿਹੜਾ ਜਿਹਨੂੰ ਬੇਸਿਕ ਸਵਾਲ ਕਹਿ ਦਿੰਦੇ ਆ, ਕਿ ਬੰਦਾ ਜਿਸ ਮੁਕਾਮ ਤੇ ਜਦੋਂ ਜਿੱਥੇ ਪਹੁੰਚਦਾ ਹੈ ਨਾ, ਜਾਂ ਕੋਈ ਵੀ ਵਿਅਕਤੀ ਜੋ ਵੀ ਬਣਦਾ ਹੈ ਲਾਈਫ ਦੇ ਵਿੱਚ, ਮੈਨੂੰ ਲੱਗਦਾ ਕਿ ਉਹ ਉਸ ਦੀ ਬਲੱਡ ਲਾਈਨ ਦੇ ਵਿੱਚੋਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ, ਉਸ ਦੀ ਫੈਮਿਲੀ ਬੈਕਗਰਾਉਂਡ ਦੇ ਵਿੱਚੋਂ ਆਉਂਦੀਆਂ ਨੇ, ਉਸ ਦੇ ਫੈਮਿਲੀ ਦੇ ਕਲਚਰ ਦੇ ਵਿੱਚੋਂ ਆਉਂਦੀਆਂ ਨੇ, ਉਸ ਦੇ ਫੈਮਿਲੀ ਦੇ ਸੁਭਾਅ ਦੇ ਵਿੱਚੋਂ ਆਉਂਦੀਆਂ ਨੇ, ਮਾਪਿਆਂ ਦੇ ਸੁਭਾਅ ਦੇ ਵਿੱਚੋਂ ਆਉਂਦੀਆਂ ਨੇ, ਹੈ ਨਾ। ਮੈਂ ਚਾਹਾਂਗਾ ਕਿ ਆਪਾਂ ਦਰਸ਼ਕਾਂ ਨਾਲ ਸਾਂਝ ਪਾਈਏ। ਅੱਜ ਤੁਸੀਂ ਬਾਲੀਵੁੱਡ ਦੇ ਬਹੁਤ ਸਫਲ ਰਾਈਟਰ ਹੋ, ਬਹੁਤ ਸਫਲ ਕਰੈਕਟਰ ਘਾੜੇ ਹੋ, ਹੈ ਨਾ, ਚਰਿੱਤਰ ਘਾੜੇ ਹੋ ਤੁਸੀਂ, ਪਰ ਤੁਹਾਡੇ ਪਰਿਵਾਰਕ ਪਿਛੋਕੜ ਦੀ, ਪਿੰਡ ਦੀ, ਸ਼ਹਿਰ ਦੀ ਸਾਂਝ ਜ਼ਰੂਰ ਦਰਸ਼ਕਾਂ ਨਾਲ ਪਾਓ, ਤਾਂ ਕਿ ਇਹ ਭੁਲੇਖੇ ਦੂਰ ਹੋ ਜਾਂਦੇ ਨੇ ਲੋਕਾਂ ਦੇ ਫਿਰ ਇਸ ਇੱਕੋ ਸਵਾਲ ਜਾਂ ਇਸੇ ਸਾਂਝ ਦੇ ਵਿੱਚੋਂ ਵੀ ਸ਼ਾਇਦ ਚਾਂਦੀ ਦਾ ਚਮਚਾ ਮੂੰਹ ਦੇ ਵਿੱਚ ਪਾ ਕੇ ਬੰਦੇ ਜੰਮੇ ਹੋਣਗੇ ਤੇ ਇਹ ਤਾਂ ਪਹਿਲਾਂ ਹੀ ਹਿੱਟ ਹੋ ਕੇ ਆਏ ਹੋਣਗੇ। ਨਹੀਂ, ਬਿਲਕੁਲ ਵੀ ਇਦਾਂ ਨਹੀਂ। ਮੇਰਾ ਸਗੋਂ ਜ਼ਿੰਦਗੀ ਪਰਸਨਲ ਮੇਰੀ ਜਿਹੜੀ ਲਾਈਫ ਹੈ ਉਸ ਸਟਰਗਲ ਕਾਫੀ ਰਹੀ ਜ਼ਿੰਦਗੀ, ਕਿ ਮਾਤਾ ਪਿਤਾ ਮੰਮੀ ਪਾਪਾ ਸਾਡੇ ਬਚਪਨ 'ਚ ਹੀ ਮਰ ਗਏ ਸੀਗੇ ਤੇ ਕਾਫੀ ਬਚਪਨ ਵੀ ਔਖਾ ਰਿਹਾ। ਆਪ ਪੜ੍ਹੇ, ਛੋਟੇ ਭੈਣ ਭਰਾ ਨੂੰ ਪੜ੍ਹਾਇਆ। ਲਿਖਣ ਦਾ ਸ਼ੌਕ ਪਤਾ ਨਹੀਂ ਕਿਵੇਂ ਬਚਪਨ ਤੋਂ ਛੋਟੀ ਮੋਟੀ ਜਿਹੜੇ ਬੱਚੇ ਨਿਆਣੇ ਕਵਿਤਾ ਤੁਕਬੰਦੀ ਕਰਦੇ ਉਹੋ ਜਿਹਾ ਕਰਦਾ ਹੁੰਦਾ ਸੀਗਾ। ਉਹ ਸਕੂਲ ਦੇ ਮੈਗਜ਼ੀਨ ਛਪ ਕੇ ਹੌਸਲਾ ਮਿਲਿਆ ਉਹਦੇ ਨਾਲ, ਮੁੜ ਕੇ ਕਾਲਜ ਦੇ ਮੈਗਜ਼ੀਨ ਛਪੇ, ਉਹ 'ਚ ਮਾੜਾ ਮੋਟਾ ਲਿਖਿਆ, ਉਹ ਛਪ ਗਿਆ, ਹੋਰ ਹੌਸਲਾ ਹੋ ਗਿਆ। ਕਦੇ ਐ ਸੋਚਿਆ ਨਹੀਂ ਸੀਗਾ ਕਿ ਇੱਧਰ ਪੱਕਾ ਹੀ ਜਾਣਾ। ਫਿਲਮਾਂ ਬਹੁਤ ਵਧੀਆ ਲੱਗਦੀਆਂ ਸੀ, ਹੀਰੋ ਬਣਨ ਨੂੰ ਬੜਾ ਜੀ ਕਰਦਾ ਸੀ, ਪਰ ਇਹ ਵੀ ਪਤਾ ਸੀਗਾ ਕਿ ਬਹੁਤ ਲੰਮਾ, ਪਤਾ ਨਹੀਂ ਐ ਸੋਚਦਾ ਵੀ ਸੁਪਨਾ ਜਿਹਾ, ਪਤਾ ਨਹੀਂ ਵੀ ਇੱਕ ਉੱਥੇ ਤੱਕ ਜਾ ਵੀ ਪਾਵਾਂਗੇ ਨਹੀਂ, ਬੰਬਈ ਕਦੇ ਜਾਵਾਂਗੇ ਨਹੀਂ। ਤੇ ਬਸ ਫਿਰ ਇਦਾਂ ਕਰਦੇ ਹੋਏ ਕਾਲਜ ਤੋਂ ਯੂਨੀਵਰਸਿਟੀ ਬਚਪਨ ਭਾਜੀ ਫਿਰ ਕਿਦਾਂ ਵੀ ਮਾਤਾ ਪਿਤਾ ਹੈ ਨਹੀਂ ਤੇ ਫਿਰ ਯਾਰ ਜਿਹੜੇ ਮਾਂ ਬਾਰੇ ਬੱਚੇ ਹੁੰਦੇ ਆ, ਮਾਂ ਪਿਓ ਬਾਰੇ ਬੱਚੇ ਹੁੰਦੇ ਆ, ਔਰ ਤੁਸੀਂ ਤਾਂ ਗੱਲ ਬਹੁਤ ਪਿਛਲੇ ਸਮੇਂ ਦੀ ਕਰ ਰਹੇ ਹੋ, ਸਮੇਂ ਤਾਂ ਬੜੇ ਔਖੇ ਸੀਗੇ। ਅੱਜ ਤਾਂ ਬੜੀਆਂ NGOs ਖੁੱਲ ਗਈਆਂ, ਹੋਰ ਹੈਲਥ ਕੇਅਰ ਮਤਲਬ ਚਾਈਲਡ ਕੇਅਰ ਬਹੁਤ ਸਾਰੀਆਂ ਸੰਸਥਾਵਾਂ ਆ ਗਈਆਂ, ਉਹਨਾਂ ਵੇਲਿਆਂ 'ਚ ਕੁਛ ਨਹੀਂ ਸੀਗਾ। ਮੈਂ ਚਾਹੁੰਦਾ ਕਿ ਜੇਕਰ ਤੁਸੀਂ ਮਤਲਬ ਇਹਨੂੰ ਸਕਿਪ ਹੀ ਕਰ ਸਕਦੇ ਹੋ ਤੁਸੀਂ, ਪਰ ਜੇ ਚੰਗਾ ਲੱਗੇ ਤਾਂ ਤੁਸੀਂ ਉਹਦੀ ਸਾਂਝ ਜ਼ਰੂਰ ਪਾਓ। ਐਕਚੁਅਲੀ ਉਹਦੇ ਵਿੱਚ ਨਾ ਕਈ ਪੰਨੇ ਖਾਸੇ ਉਦਾਸ ਕਰਨ ਵਾਲੇ ਆ ਕਿ ਕਈ ਵਾਰ ਨਿਆਣਾ ਜਿਹੜਾ ਹੁੰਦਾ ਨਾ, ਉਹ ਤਾਂ ਹਰੇਕ ਜਿਹੜਾ ਲੱਗਦਾ ਹੁੰਦਾ ਕਿ ਮੇਰੇ ਨਾਲ ਜੁੜਿਆ ਜਾਂ ਮੇਰੇ ਘਰਦਿਆਂ ਨਾਲ ਜੁੜਿਆ ਕੋਈ ਮਤਲਬ ਸਹਾਰਾ ਲੱਭਦਾ ਹੁੰਦਾ। ਮਾਪੇ ਮਰ ਗਏ ਨਾ, ਪਹਿਲਾਂ ਤਾਂ ਰੋਂਦੀ ਰਹਿੰਦੀ, ਤੁਹਾਨੂੰ ਆਪ ਨੂੰ ਯਕੀਨ ਨਹੀਂ ਆਉਂਦਾ ਕਿ ਮੇਰੀ ਮਾਂ ਜਿਹੜੀ ਮੈਨੂੰ ਫੁਲਕਾ ਬਣਾ ਕੇ ਖਵਾਉਂਦੀ ਸੀ, ਤੇ ਉਦੋਂ ਬਾਅਦ ਪਾਪਾ ਵੀ ਇਦਾਂ ਚਲੇ ਗਏ, ਤੇ ਛੋਟੇ ਭੈਣ ਭਰਾ ਦੋਵੇਂ ਮੇਰੇ ਤੋਂ ਛੋਟੇ ਨੇ, ਸਹਾਰਾ ਬਹੁਤ ਮਿਲੇ। ਇਨ ਸ਼ੋਰਟ ਮੈਂ ਬਸ ਇਹੀ ਕਹੂੰਗਾ ਕਿ ਉਹ ਮੈਂ ਤਾਂ ਹੀ ਪਹਿਲਾਂ ਕਿਹਾ ਕਿ ਕਈ ਪੰਨੇ ਬਾਲੇ ਉਦਾਸ ਕਰਨ ਵਾਲੇ, ਮੈਂ ਜਾਣ ਕੇ ਉਹ ਖੋਲਣੇ ਨਹੀਂ ਚਾਹੁੰਦਾ, ਦੁਬਾਰਾ ਨਹੀਂ ਉਹਨਾਂ ਨੂੰ ਫਰੋਲਣਾ ਚਾਹੁੰਦਾ, ਕਿ ਬਸ ਰੋਲਦੇ ਰਲਦੇ ਪੜ ਗਏ, ਰੋਲ ਖੋਲ ਕੇ ਪੜ ਗਏ ਬਸ। ਹਾਂ, ਇਹ ਸੀ ਕਿ ਪੜਨ ਦਾ ਬੜਾ ਸ਼ੌਂਕ ਸੀ, ਚੰਗੇ ਵੀ ਸੀ ਪੜ੍ਹਾਈ ਲਿਖਾਈ 'ਚ, ਸ਼ਾਇਦ ਉਹੀ ਰੱਬ ਨੇ ਇੱਕ ਇਧਰਲੇ ਪਾਸੋਂ ਸਹਾਰਾ ਦਿੱਤਾ ਸੀਗਾ ਕਿ ਦਿਮਾਗ ਚੱਲਦਾ ਸੀ, ਵੀ ਤੁਰੇ ਚਲੇ। ਇੱਥੋਂ ਹੀ ਸਿੱਧ ਹੁੰਦਾ ਮੇਰੇ ਖਿਆਲ 'ਚ, ਜਿਹੜਾ ਸਿਆਣਿਆਂ ਦਾ ਕਥਨ ਹੈ ਕਿ ਪੜ੍ਹਾਈ ਇੱਕ ਐਸਾ ਖਜ਼ਾਨਾ ਜਿਹੜਾ ਨਾ ਲੁੱਟ ਸਕੇ ਨਾ ਖੋ ਸਕੇ, ਸਿਰਫ ਤੁਹਾਨੂੰ ਇਹਨੇ ਡਿਵੈਲਪ ਹੀ ਕਰਨਾ। ਮੈਂ ਤਾਂ ਹੀ ਹਰੇਕ ਜਿਹੜਾ ਵੀ ਮੈਂ ਹੁਣ ਜਿਵੇਂ ਮੈਂ ਤੁਹਾਨੂੰ ਅਮਰੀਕਾ ਉੱਥੇ ਜਿੱਥੇ ਸਕੂਲ ਡਿਸਟ੍ਰਿਕਟ ਲਈ ਕੰਮ ਕਰਦੇ ਨੇ ਪੜ੍ਹਾਉਂਦਾ, ਉੱਥੇ ਉਦੋਂ ਪਹਿਲਾਂ ਵੀ ਮੈਂ ਜਦੋਂ ਛੋਟੀਆਂ ਨੌਕਰੀਆਂ ਵੀ ਕੀਤੀਆਂ ਕੁਛ ਆਲੇ ਦੁਆਲੇ, ਜਿੱਥੇ ਵੀ ਮੈਨੂੰ ਆਪਣਾ ਬੱਚੇ ਜਾਂ ਯੰਗਸਟਰਸ ਮਿਲਦੇ ਆ, ਮੈਂ ਹਰੇਕ ਨੂੰ ਕਹਿੰਦਾ ਹੁੰਦਾ ਕਿ ਆਹ ਵਾ ਕੁੰਜੀ, ਕਿ ਆਹ ਤੁਹਾਡੀ ਗਰੀਬੀ ਚੋਂ, ਤੁਹਾਡੇ ਮਾੜੇ ਹਾਲਾਤਾਂ ਚੋਂ ਬਾਹਰ ਨਿਕਲਣ ਦਾ ਰਸਤਾ ਤੁਹਾਡੀ ਐਜੂਕੇਸ਼ਨ, ਤੁਹਾਡੀ ਐਜੂਕੇਸ਼ਨ। ਬਸ। ਓਹ ਦੈਟਸ ਗੁੱਡ। ਤੇ ਇੱਕ ਤੁਸੀਂ ਇਹਦੇ ਵਿੱਚ ਹੋਰ ਗੱਲ ਕਹੀ ਸੀ ਭਾਜੀ ਕਿ ਇਹ ਤਾਂ ਸੁਪਨਾ ਹੀ ਸੀਗਾ ਕਿ ਸ਼ਾਇਦ ਬੰਬਈ ਹੈ ਨਾ, ਸਾਡਾ ਉਦੋਂ ਦਾ ਬੰਬੇ ਹੈ ਨਾ, ਤੇ ਵੀ ਇਹ ਸੁਪਨਾ ਹੀ ਸੀ ਉੱਥੇ ਜਾਵਾਂਗੇ। ਇਹ ਤੋਂ ਇਹ ਵੀ ਸਿੱਧ ਹੁੰਦਾ ਮੇਰੇ ਖਿਆਲ 'ਚ ਜਿਹੜੇ ਸਟਰਗਲਿੰਗ ਲੋਕ ਨੇ ਕਿ ਸੁਪਨੇ ਲੈਣੇ ਬਹੁਤ ਜ਼ਰੂਰੀ ਨੇ, ਬਹੁਤ ਜ਼ਰੂਰੀ ਨੇ। ਸੁਪਨਾ ਦੇਖੋ, ਮੈਂ ਕਹਿਣਾ ਜਦੋਂ ਮਤਲਬ ਪਾਸ਼ ਸਾਹਿਬ ਦੀ ਕਵਿਤਾ ਉਹ ਜਿਹੜੀ ਲਾਈਨ ਹੈ, ਇੱਕ ਹਰੇਕ ਕੋਈ ਕਹਿ ਦਿੰਦਾ ਹੈ ਕਿ ਸਭ ਤੋਂ ਬੁਰਾ ਹੁੰਦਾ, ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਉਹ ਸੱਚੀ ਗੱਲ ਆ। ਸੁਪਨੇ ਦੇਖੋ, ਸੁਪਨੇ ਸੱਚ ਹੁੰਦੇ ਨੇ। ਸੁਪਨਾ ਦੇਖੋਗੇ, ਸੁਪਨਾ ਤੁਹਾਨੂੰ ਇੱਕ ਸੇਧ ਦਿੰਦਾ ਜ਼ਿੰਦਗੀ ਨੂੰ, ਕਿਉਂਕਿ ਤੁਸੀਂ ਸੁਪਨੇ ਨੂੰ ਨਾ ਅਚੀਵ ਕਰਨਾ ਚਾਹੁੰਦੇ ਹੋ, ਯੂ ਵਾਂਟ ਟੂ ਮੇਕ ਇਟ ਰੀਅਲ। ਉਹਨੂੰ ਜਦੋਂ ਸੱਚ ਕਰਨਾ, ਉਹ ਤੁਸੀਂ ਮਿਹਨਤ ਕਰਦੇ ਹੁੰਦੇ ਨੇ ਸੁਪਨੇ ਪੂਰੇ। ਕੋਸ਼ਿਸ਼ ਕਰਕੇ ਸੁਪਨਾ ਵੇਖੋ, ਫਿਰ ਉਹ ਸੁਪਨੇ ਦੇ ਮਗਰ ਤੁਰ ਪੋ, ਬਸ ਨੀਵੀਂ ਪਾ ਲਓ ਵੀ ਇੱਧਰ ਜਾਣਾ, ਇਹ ਹੋਊਗਾ, ਮੈਂ ਕਰੂੰਗਾ, ਅਕਾਲ ਪੁਰਖ ਮਿਹਰ ਕਰੂਗਾ। ਬਿਲਕੁਲ, ਇਹ ਬਹੁਤ ਇੰਪੋਰਟੈਂਟ ਤੇ ਬੜੀ ਮਹੱਤਵਪੂਰਨ ਗੱਲਾਂ ਨੇ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ। ਮੈਂ ਚਾਹੁੰਦਾ ਕਿ ਤੁਸੀਂ, ਬੇਸ਼ੱਕ ਮੈਂ ਹਰ ਵਾਰ ਜ਼ਿਕਰ ਕਰਦਾ ਕਿ ਤੁਹਾਨੂੰ ਸਲਾਮ ਹੈ ਜਿਹੜੇ ਸਾਡੇ NRI ਸੱਜਣ ਨੇ, ਸਾਡੇ ਬਜ਼ੁਰਗ ਨੇ, ਮਾਪੇ ਨੇ, ਭੈਣ ਭਰਾ ਨੇ ਸਾਰੇ, ਤੁਸੀਂ ਆਪਣੇ ਢਿੱਡ ਦੀ ਅੱਗ ਨੂੰ ਸ਼ਾਂਤ ਕਰਨ ਦੇ ਲਈ ਜਾਂ ਆਪਣੇ ਢਿੱਡ ਨੂੰ ਰਜਾਉਣ ਦੇ ਲਈ ਇੱਥੋਂ ਇਹ ਦੇਸ਼ ਛੱਡ ਕੇ ਗਏ, ਆਪਣਾ ਪੰਜਾਬ ਕਹਿ ਲਈਏ, ਹਿੰਦੁਸਤਾਨ ਕਹਿ ਲਈਏ, ਉੱਥੇ ਜਾ ਕੇ
ਇੰਨੀਆਂ ਕੁ ਮਿਹਨਤਾਂ ਕੀਤੀਆਂ, ਛੱਡ ਗੱਲ ਦਿਓ ਕਿ ਤੁਸੀਂ ਅੱਜ ਉੱਥੇ ਗੋਰਿਆਂ ਨੂੰ ਟੱਕਰ ਦੇ ਰਹੇ ਹੋ। ਉੱਥੋਂ ਦੀਆਂ ਅਸੈਂਬਲੀਜ਼ ਦੇ ਵਿੱਚ ਤੁਹਾਡੀ ਚਰਚਾ ਹੁੰਦੀ ਹੈ, ਉੱਥੇ ਤੁਸੀਂ MP MLA ਬਣੇ ਹੋ, ਤੁਸੀਂ ਬਹੁਤ ਵੱਡੇ ਵੱਡੇ ਅਹੁਦੇ ਉੱਥੇ ਜਾ ਕੇ ਲਏ। ਤੁਹਾਡੀ ਜਿਹੜੀ ਜਨਰੇਸ਼ਨ ਹੈ ਜਾਂ ਤੁਹਾਡੇ ਆਉਣ ਵਾਲੀ ਜਿਹੜੀ ਨਸਲ ਹੈ, ਜਿਹੜੀ ਪੀੜ੍ਹੀ ਹੈ, ਉਹਨਾਂ ਦੇ ਲਈ ਇਹੋ ਜਿਹੇ ਜਿਹੜੇ ਸਾਡੇ ਸੱਜਣ ਪਿਆਰੇ ਆ, ਇਹੋ ਜਿਹੇ ਜਿਹੜੇ ਸਾਡੇ ਮਿੱਤਰ ਨੇ, ਇਹੋ ਜਿਹੇ ਜਿਹੜੀਆਂ ਪਰਸਨੈਲਿਟੀਜ਼ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਅਚੀਵ ਕੀਤਾ ਹੈ, ਉਹਨਾਂ ਦੀ ਸਟਰਗਲ ਵੇਖਣੀ, ਜਾਚਣੀ, ਮੰਨਣੀ ਬਹੁਤ ਜ਼ਰੂਰੀ ਹੈ। ਦੂਜੀ ਗੱਲ, ਪੰਜਾਬ ਨੂੰ ਜੇ ਬਚਾਉਣਾ ਹੈ ਤਾਂ ਫਿਰ ਪੰਜਾਬੀ ਨਾਲ ਵਾਸਤਾ ਹੋਣਾ ਬਹੁਤ ਜ਼ਰੂਰੀ ਆ। ਜੇ ਤੁਸੀਂ ਬੋਲੀ, ਭਾਸ਼ਾ, ਲਿਪੀ ਛੱਡ ਗਏ ਤਾਂ ਫਿਰ ਇਹ ਨਾ ਸਮਝਿਓ ਕਿ ਇਹ ਇਕੱਲੀ ਬੋਲੀ ਵਿਸਰ ਗਈ, ਇਕੱਲੀ ਲਿਪੀ ਵਿਸਰ ਗਈ, ਇਕੱਲੀ ਭਾਸ਼ਾ ਵਿਸਰ ਗਈ, ਨਹੀਂ, ਫਿਰ ਪੰਜਾਬ ਵੀ ਵਿਸਰੂਗਾ ਤੁਹਾਡੇ ਤੋਂ। ਵਕਤ ਇੱਕ ਬ੍ਰੇਕ ਦਾ ਹੋਇਆ, ਬ੍ਰੇਕ ਦੇ ਅਗਲੇਰੇ ਪਾਰ ਬਾਈ ਬੈਰੀ ਢਿੱਲੋਂ ਨਾਲ ਸੋਹਣੀਆਂ ਤੇ ਖੂਬਸੂਰਤ ਗੱਲਾਂ ਕਰਾਂਗੇ, ਪੰਜਾਬ ਦੀਆਂ ਵੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵੀ, ਮਹਾਨਗਰੀ ਮੁੰਬਈ ਦੀਆਂ ਵੀ, ਜਿਹੜਾ ਸੁਪਨਿਆਂ ਦਾ ਸ਼ਹਿਰ ਹੈ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਸਹਿਤ ਦੀ ਤੰਦ ਬਾਈ ਬੈਰੀ ਢਿੱਲੋਂ ਹੋਰਾਂ ਨਾਲ ਪਾਈ ਹੋਏ ਸਾਡਾ ਮਾਣ ਨੇ ਬਾਈ ਜੀ। ਪਤਾ ਕੀ ਹੈ, ਉਹ ਕਹਿੰਦੇ ਆ ਨਾ ਕਿ ਵੱਡੇ ਤੁਹਾਡੇ ਸਿਰ ਤੇ ਹੋਣ ਨਾ ਤਾਂ ਵੱਡਿਆਂ ਦੇ ਸਿਰਾਂ ਤੇ ਹੀ ਉੱਡਿਆ ਜਾਂਦਾ ਹੁੰਦਾ, ਵੱਡਿਆਂ ਦੇ ਮੋਢਿਆਂ ਦੇ ਉੱਤੇ ਚੜ੍ਹ ਕੇ ਹੀ ਤੁਸੀਂ ਸੰਸਾਰ ਵੇਖ ਸਕਦੇ ਹੁੰਦੇ ਹੋ। ਤੇ ਸਾਨੂੰ ਮਾਣ ਹੈ ਕਿ ਸਾਡੇ ਵੱਡੇ ਸਾਡੇ ਨਾਲ ਨੇ। ਭਾਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਫਿਰ ਕਿਵੇਂ? ਤੁਹਾਡੇ ਕਾਲਜ ਕਿਹੜਾ ਸੀਗਾ? ਤੁਸੀਂ ਕਿਹੜੇ ਕਾਲਜ? ਮਹਿੰਦਰਾ ਕਾਲਜ? ਮਹਿੰਦਰਾ ਕਾਲਜ ਮੈਂ ਇਤਿਹਾਸਕ ਮਹਿੰਦਰਾ ਕਾਲਜ ਹੈ ਨਾ, ਹਾਂ, ਖੂਬਸੂਰਤ। ਸਾਲ ਕੁ ਮੈਂ ਖਾਲਸਾ ਕਾਲਜ ਵੀ ਲਾਇਆ ਸੀ, ਫਿਰ ਮੈਂ ਮਹਿੰਦਰਾ ਕਾਲਜ ਹੀ ਪੜ੍ਹਿਆ ਤੇ ਉੱਥੇ ਥੀਏਟਰ ਕਰਨਾ ਸ਼ੁਰੂ ਕੀਤਾ, ਯੂਥ ਫੈਸਟੀਵਲ। ਯੂਥ ਫੈਸਟ, ਹਾਂਜੀ। ਕੌਣ ਕਰਵਾਉਂਦੇ ਹੁੰਦੇ ਸੀ ਉਹਨਾਂ ਵਕਤਾਂ 'ਚ ਤੁਹਾਨੂੰ? ਮਨੋਹਰ ਭਾਜੀ, ਪ੍ਰੋਫੈਸਰ ਸ਼ਵਿੰਦਰ ਸਿੰਘ ਸੀਗੇ ਜੀ, ਤੇ ਉਹਨਾਂ ਨਾਲ ਕੀਤਾ ਸੀਗਾ ਇੱਕ ਨਾ ਅਜਮੇਰ ਸਿੰਘ ਔਲਖ ਜੀ, ਪ੍ਰੋਫੈਸਰ ਸਾਹਿਬ, ਉਹਨਾਂ ਦਾ ਲਿਖਿਆ ਹੋਇਆ ਆਪਣਾ ਨਾਟਕ ਅੰਨੇ ਨਿਸ਼ਾਨਚੀ ਨਹੀਂ, ਆਪਣਾ ਚਲੋ ਯਾਦ ਆ ਜੂ ਕਰ ਦਿੱਤੀ, ਅਰਬਦ ਨਰਬਦ ਧੁੰਦੂਕਾਰਾ, ਤੇ ਉਹ ਚ ਮੈਂ ਰਾਂਝੇ ਦਾ ਰੋਲ ਕਰਦਾ ਸੀਗਾ ਜੀ। ਰਾਂਝੇ ਵਰਗਾ ਬਾਈ ਹੈ ਵੀ ਸੋਹਣਾ ਹੈ ਨਾ, ਮੁੰਦਰਾਂ ਤੇ ਨੱਤੀਆਂ ਪਾਈਆਂ ਹੁਣ ਭਾਜੀ ਰਾਂਝਾ ਹੀ ਲੱਗਦੇ ਆ। ਤੇ ਬਸ ਉਹ ਇੱਕ ਉਦੋਂ ਤੋਂ ਇੱਕ ਤਾਂ ਸੱਚੀ ਆਪਣੇ ਨੂੰ ਰਾਂਝਾ ਸਮਝਣ ਲੱਗ ਪਏ ਸੀ, ਉਸ ਕਿਰਦਾਰ ਨਾਲ ਐਸਾ ਇਸ਼ਕ ਹੋ ਗਿਆ। ਤੇ ਉਦੋਂ ਐਂ ਲੱਗਣ ਲੱਗ ਪਿਆ ਵੀ ਹਾਂ, ਜੋ ਸੋਚਦਾ ਸੀਗਾ ਕਿ ਆ ਛੋਟੇ ਛੋਟੇ ਪਹਿਲਾਂ ਐਫਰਟ, ਜਿਵੇਂ ਸਕੂਲ ਵੇਲੇ ਮੈਂ ਹਿਸਟ੍ਰੋਨਿਕਸ ਕਰਦਾ ਹੁੰਦਾ ਸੀਗਾ, ਜਿਹਨੂੰ ਆਪਾਂ ਮੋਨੋ ਐਕਟਿੰਗ ਕਹਿੰਦੇ ਆ, ਮਿਮਿਕਰੀ ਸਟੈਂਡ ਅਪ ਕਹਿੰਦੇ ਆਪਾਂ, ਤੇ ਉਹ ਕਰਨ ਲੱਗ ਪਿਆ ਸੀ। ਉਹ ਕਈ ਕੰਪੀਟੀਸ਼ਨ ਜਿੱਤੇ ਵੀ ਮੈਂ। ਉਸ ਤੋਂ ਬਾਅਦ ਕਾਲਜ ਜਦੋਂ ਆ ਕੇ ਪ੍ਰੋਪਰ ਵੱਡੀਆਂ ਸਟੇਜਾਂ ਤੇ ਯੂਥ ਫੈਸਟੀਵਲ ਦੀਆਂ ਤੇ ਕੀਤਾ ਨਾਟਕ, ਤੇ ਲੋਕਾਂ ਨੇ ਪਸੰਦ ਕੀਤਾ, ਤੇ ਉਸ ਤੋਂ ਬਾਅਦ ਲੱਗਾ ਕਿ ਹਾਂ ਅੱਗੇ ਹੌਸਲਾ ਜਿਹਾ ਮਿਲਦਾ ਨਾ ਜਦੋਂ ਤਾੜੀਆਂ ਨੀਚੋਂ ਆਉਂਦੀਆਂ ਨੇ, ਹਨਾ ਭਾਜੀ, ਜਾਂ ਕੋਈ ਪ੍ਰਾਈਜ਼ ਵਿਨ ਕਰ ਲੈਂਦੇ ਆਪਾਂ। ਜੀ ਜੀ। ਤੇ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਆ ਕੇ ਮਾਸਟਰਸ ਥੀਏਟਰ ਡਿਪਾਰਟਮੈਂਟ ਚ ਕਰਨ ਲੱਗ ਪਏ। ਇਹ ਉਦੋਂ ਹੀ ਧਾਰ ਲਿਆ ਸੀ ਜਾਂ ਉਦੋਂ ਹੀ ਦੱਸਦਾ ਸੀਗਾ ਕਾਲਜ ਟਾਈਮ ਜਦੋਂ ਆਪਾਂ ਯੂਥ ਫੈਸਟ ਕਰਦੇ ਸੀਗੇ ਕਿ ਉੱਥੇ ਜਾਣਾ ਚਾਹੀਦਾ ਆਪਾਂ ਨੂੰ, ਮਤਲਬ ਡਿਪਾਰਟਮੈਂਟ ਆਫ ਥੀਏਟਰ ਐਂਡ ਟੈਲੀਵਿਜ਼ਨ? ਨਹੀਂ, ਐਕਚੁਅਲੀ ਨਾ ਮੈਨੂੰ ਐਂ ਲੱਗਦਾ ਹੈ ਕਿ ਮੈਂ ਜ਼ਿੰਦਗੀ 'ਚ ਬਹੁਤਾ ਕੁਝ ਪਲਾਨ ਨਹੀਂ ਕੀਤਾ। ਮੈਂ ਸੋਚਿਆ, ਇੰਨੀ ਇੰਟੈਂਸਲੀ ਸੋਚਦਾ ਸੀ। ਉਹ ਜਿਵੇਂ ਨਾ, ਵੈਸੇ ਇੱਕ ਕਹਾਵਤ ਤਾਂ ਪੁਰਾਣੀ ਚੱਲੀ ਆਉਂਦੀ ਹੈ, ਸ਼ਾਹਰੁਖ ਖਾਨ ਦੀ ਫਿਲਮ 'ਚ ਲੋਕਾਂ ਨੇ ਬਹੁਤ ਹੀ ਸੁਣੀ ਹੈ कि आप किसी चीज को इतनी शिद्दत से चाहो तो सारी कायनात आपकी मदद करती है। तो मैनू ऐ लगा कि मैं क्योंकि बचपन तो इन्ना स्ट्रोंगली इन्ना पैशनेटली सिनेमा बारे महसूस करता सीगा कि हौली हौली ऐ राह बनिया ते थिएटर डिपार्टमेंट च भी एक्सीडेंटली हो गया मैं। अच्छा, कि मैं मास्टर्स करता सीगा सोशल वर्क दे विच। ओके, वो डिग्री पूरी नहीं हो रही सी, पर थिएटर वाले ना बहुत लगाव सी, उठना बैठना सीगा। बलराज पंडित जी नूं पहले ही मिलना पे सी, उन्हां कोल पंडित जी कोल बहिंदे सी, गुरु जी कोले। ਤੇ ਬਸ ਫਿਰ ਇਧਰੋਂ ਥੀਏਟਰ ਦੇ ਵਿੱਚ ਆਪਣਾ ਸੋਸ਼ਲ ਵਰਕ 'ਚ ਜਦੋਂ ਨਹੀਂ ਮੈਨੂੰ ਜੀ ਵੀ ਨਹੀਂ ਲੱਗ ਰਿਹਾ ਸੀ, ਕੁਛ ਉੱਥੇ ਡਿਪਾਰਟਮੈਂਟ 'ਚ ਪ੍ਰੋਬਲਮਸ ਆ ਰਹੀਆਂ ਸੀਗੀਆਂ, ਤੇ ਇੱਧਰ ਫਿਰ ਐਡਮਿਸ਼ਨ ਹੋਈ ਥੀਏਟਰ ਡਿਪਾਰਟਮੈਂਟ ਦੇ ਵਿੱਚ। ਤੇ ਫਿਰ ਗੱਡੀ ਇੱਧਰ ਲਾਈਨ ਤੇ ਆ ਗਈ, ਮਤਲਬ ਵੀ ਹੁਣ ਹੋ ਗਿਆ ਕਿ ਓਕੇ ਆ ਹੁਣ ਰਸਤਾ ਬਣ ਗਿਆ, ਆ ਗਿਆ ਟਰੈਕ ਤੇ ਆ ਗਈ ਗੱਡੀ ਹੁਣ। ਤੇ ਥੀਏਟਰ ਡਿਪਾਰਟਮੈਂਟ ਬੜਾ ਕਮਾਲ ਦਾ ਇੱਕ, ਮਤਲਬ ਅੱਜ ਕੱਲ੍ਹ ਦੀ ਮੈਂ ਹਾਲਾਤਾਂ 'ਤੇ ਨਹੀਂ ਗੱਲ ਕਰਦਾ ਹੈਗਾ, ਮਤਲਬ ਉੱਥੇ ਜੋ ਕੁਝ ਹੋ ਰਿਹਾ ਜਾਂ ਉੱਥੇ ਜੋ ਕੁਝ ਕਰਵਾਇਆ ਜਾ ਰਿਹਾ ਉਹਨੂੰ ਛੱਡ ਦਿੰਦੇ ਹਾਂ। ਅੱਜ ਤੋਂ ਮੈਨੂੰ ਲੱਗਦਾ ਕਿ 7-8 ਸਾਲ ਪਹਿਲਾਂ ਤੱਕ ਬਿਹਤਰ ਸੀਗਾ ਡਿਪਾਰਟਮੈਂਟ। ਜਿਵੇਂ ਉਹ ਡਿਪਾਰਟਮੈਂਟ ਦੀਆਂ ਬਹੁਤ ਪ੍ਰਾਪਤੀਆਂ ਨੇ, ਬਹੁਤ ਨਾਮਵਰ ਲੋਕ ਸਾਡੇ ਡਿਪਾਰਟਮੈਂਟ ਨੇ ਦਿੱਤੇ ਆ, ਜਿਵੇਂ ਜਿੱਥੇ ਗੁਰੂ ਹੀ ਬਲਰਾਜ ਪੰਡਤ ਵਰਗੇ ਲੋਕ ਹੋਣ, ਦਵੇਦੀ ਜੀ ਵਰਗੇ ਲੋਕ ਹੋਣ, ਹੈ ਨਾ, ਤਾਂ ਉੱਥੇ ਚੰਗੀਆਂ ਚੀਜ਼ਾਂ ਨਿਕਲਣੀਆਂ। ਡਿਪਾਰਟਮੈਂਟ ਦੀਆਂ ਯਾਦਾਂ ਹੋਣਗੀਆਂ ਭਾਜੀ। ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੀਆਂ ਅਸਾਈਨਮੈਂਟਾਂ ਮਿਲਦੀਆਂ ਨੇ ਆਪਾਂ ਨੂੰ, ਕਰੈਕਟਰ ਕਰਨ ਨੂੰ ਮਿਲਦੇ ਨੇ, ਵਰਕਸ਼ਾਪਸ ਮਿਲਦੀਆਂ ਨੇ, ਅੰਦਰੇਟੇ ਜਾਂਦੇ ਆਪਾਂ। ਉਹ ਸਾਰੀਆਂ ਚੀਜ਼ਾਂ ਦੱਸੋ ਲੋਕਾਂ ਨੂੰ ਕਿ ਕਿਵੇਂ ਜੀ ਹੁੰਦਾ ਸਾਰਾ ਵਰਤਾਰਾ ਐਵੇਂ ਥੀਏਟਰ ਦਾ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਾਰਾ? ਜੀ ਮਤਲਬ ਬੜੇ ਸੋਹਣੇ ਟਾਈਮ ਦੇਖੇ ਅਸੀਂ ਉਸ ਵੇਲੇ। ਡਿਪਾਰਟਮੈਂਟ ਪ੍ਰੋਬਲਮਸ ਉਸ ਵੇਲੇ ਸੀਗੀਆਂ, ਇਹ ਨਹੀਂ ਸੀਗੀਆਂ। ਮਤਲਬ
ਸਾਰੇ ਨਹੀਂ, ਮਤਲਬ ਕੁਛ ਇੱਕ ਬੰਦੇ ਤਾਂ ਹੁੰਦੇ ਆ ਪ੍ਰੋਬਲਮਸ ਕ੍ਰੀਏਟ ਕਰਨ ਵਾਲੇ, ਕੁਛ ਜਿਹੜੇ ਮਤਲਬ ਸ਼ਾਇਦ ਉਹਨੇ ਟੈਲੈਂਟਡ ਨਹੀਂ ਹੁੰਦੇ, ਪਰ ਉਹ ਇੱਕ ਅਹੁਦੇ ਤੇ ਪਹੁੰਚ ਫੈਕਲਟੀ ਜਾਂਦੇ। ਮੈਮ, ਹਾਂ, ਤੇ ਉਹ ਪਰ ਉਹ ਚੱਕਰ ਹੈ ਫਿਰ ਮੈਂ ਇਸ਼ਾਰਾ ਸਮਝ ਗਿਆ। ਹਾਂ, ਉਹ ਕੁਰਸੀਆਂ ਦਾ ਵਹਿਮ ਖਾਸਾ ਹੋ ਜਾਂਦਾ। ਉਹ ਉਸ ਵੇਲੇ ਇੱਕ ਦੋ ਬੰਦੇ ਨੂੰ, ਪਰ ਕਿਸਮਤ ਚੰਗੀ ਕਿ ਸਾਡੇ ਕੋਲ ਵਧੀਆ ਟੀਚਰ ਹੈਗੇ ਸੀਗੇ ਤੇ ਉਹਨਾਂ ਨੂੰ ਕੁਝ ਸਿੱਖਣ ਦਾ, ਕਾਫੀ ਕੁਝ ਸਿੱਖਣ ਦਾ ਮਿਲਿਆ ਮੌਕਾ। ਫਿਰ ਉਸ ਵੇਲੇ ਇੱਕ ਨਾਲ ਸਾਡੇ ਹੁੰਦੇ ਸੀ ਉਸ ਵੇਲੇ ਸੀਨੀਅਰ ਮੇਰੇ ਸੰਜੂ ਸਲੰਕੀ, ਸੈਮਲ ਜੌਨ, ਬਲਰਾਮ ਭਾਹੋਰੀ, ਇਹ ਸਾਰੇ ਸੀਗੇ। ਤੇ ਕਲਾਸ ਵਾਲੇ ਮੇਰੇ ਨਾਲ ਅਨੀਤਾ ਮੀਤ ਹੁਣ ਫਿਲਮਾਂ 'ਚ ਕਾਫੀ ਕੰਮ ਕਰਦੇ ਆ, ਤੇ ਅੰਜੂ ਹੋਰੀ ਸੀਗੇ, ਗੁਰਮੀਤ, ਪਰ ਉਹ ਚਲੋ ਉਹ ਵਿੱਚ ਨਹੀਂ ਰਿਹਾ ਇੰਡਸਟਰੀ ਦੇ ਨਾਲ ਹੁਣ। ਤੇ ਕਿਸੇ ਕਾਫੀ ਨੇ ਹੁਣ ਮੈਨੂੰ ਹੁਣ ਐਗਜ਼ੈਕਟਲੀ, ਕਿਉਂਕਿ ਮੈਨੂੰ ਤਾਂ ਦੇਖੋ ਸੰਜੂ ਸੋਲੰਕੀ ਬਿਲਕੁਲ ਡਿਫਰੈਂਟ ਕਰੈਕਟਰ ਹੈ ਨਾ, ਬਲਰਾਮ ਭਾ ਬਿਲਕੁਲ ਡਿਫਰੈਂਟ ਕਰੈਕਟਰ, ਠੀਕ ਜੀ। ਸੈਮੂਅਲ ਜੌਨ ਸਾਰਿਆਂ ਤੋਂ ਹੀ ਡਿਫਰੈਂਟ ਹੈ ਨਾ, ਅਲੱਗ-ਅਲੱਗ ਬਣ ਗਏ ਨੇ। ਕੁਦਰਤ ਵੀ ਕਹਿੰਦੀ ਹੈ ਨਾ ਕਿ ਦੁਨੀਆ ਰੰਗਾਂ ਨਾਲ ਹੀ ਖੂਬਸੂਰਤ ਹੈ ਨਾ, ਇੱਕੋ ਰੰਗ ਨਹੀਂ ਹੋਣਾ ਚਾਹੀਦਾ। ਪਰ ਮੈਂ ਚਾਹੁੰਦਾ ਕਿ ਤੁਹਾਡਾ ਜਾਂ ਸੰਜੂ ਭਾਜੀ ਦਾ ਕੋਈ ਕਿੱਸਾ ਹੋਵੇ, ਕਿਉਂਕਿ ਸੰਜੂ ਬਹੁਤ ਜੌਲੀ ਪਿਆਰਾ ਬੰਦਾ ਹੈ ਨਾ, ਦਿਲੋਂ ਸਾਫ਼। ਤੁਸੀਂ ਉਹਨਾਂ ਦੇ ਜੂਨੀਅਰ ਸੀਗੇ ਤਾਂ ਸਾਂਝ ਤਾਂ ਫਿਰ ਵੀ ਬਣੀ ਹੁੰਦੀ। ਉਹ ਸਾਡੀ ਜੋੜੀ ਹੁੰਦੀ ਸੀ ਐਕਚੁਅਲੀ, ਮੇਰੀ ਤੇ ਸੰਜੂ ਦੀ। ਅਸੀਂ ਜਮਾ ਪੂਰਾ ਜੋਟੀਦਾਰ ਹੁੰਦੇ ਸੀਗੇ। ਤੇ ਦੋਵੇਂ ਹੀ ਸ਼ਰਾਰਤੀ ਹੁੰਦੇ ਸੀਗੇ। ਸੰਜੂ ਬਹੁਤ ਜ਼ਿਆਦਾ ਸ਼ਰਾਰਤੀ ਸੀ, ਮੈਂ ਸਹਿੰਦਾ ਸ਼ਰਾਰਤੀ ਸੀਗਾ। ਤੇ ਅਸੀਂ ਇੱਕ ਹੁਣ ਯਾਦ ਆਉਂਦੀ ਹੈ ਕਿ ਅਸੀਂ ਇੱਕ ਵੀਕੇ ਹੈਗੇ ਨੇ ਭਾਜੀ, ਵੀਕੇ ਸ਼ਰਮਾ, ਖਿਲੌਣਾ ਗਰੁੱਪ ਵਾਲੇ ਦਿੱਲੀ ਤੋਂ, NSD ਤੋਂ ਪਾਸ ਆਊਟ ਨੇ। ਉਹ ਆਏ ਵਰਕਸ਼ਾਪ ਕਰਨ ਸਾਡੇ ਇੱਥੇ ਕਿ ਬੱਚਿਆਂ ਦਾ ਪਲੇ ਕਰਨਾ, ਉਹ ਬੱਚਿਆਂ ਦਾ ਹੀ ਥੀਏਟਰ ਗਰੁੱਪ ਚਲਾਉਂਦੇ ਨੇ ਇੱਥੇ। ਤਾਂ ਉਹਨਾਂ ਨੇ ਇੱਕ ਪਲੇ ਕੀਤਾ ਸਾਡਾ ਨਾ ਸ਼ੁਕਰਾ ਇਨਸਾਨ। ਅੱਛਾ, ਉਹਦੀ ਕਾਸਟਿੰਗ ਹੋ ਰਹੀ, ਮੈਂ ਕੁਝ ਹਾਲਾਤ ਕਰਕੇ ਬਿਮਾਰ ਸੀ, ਵਿੱਚ ਨੂੰ ਮਿਸ ਮਾਰ ਗਿਆ, 2-3 ਦਿਨ ਮੈਂ ਆਇਆ ਨਹੀਂ। ਤੇ ਇਧਰੋਂ ਪਿੱਛੇ ਵੀਕੇ ਭਾਜੀ ਆ ਗਏ, ਥੋੜੀ ਵਰਕਸ਼ਾਪ ਸ਼ੁਰੂ ਹੋ ਗਈ ਸੀ। ਤੇ ਮੈਂ ਜਿੱਦਣ ਆਇਆ ਪਹਿਲੇ ਦਿਨ ਮੈਂ ਆ ਕੇ ਬੈਠਾ, ਸੰਜੂ ਮੇਰੇ ਨਾਲ ਬੈਠਾ। ਉਹਨਾਂ ਨੇ ਵੀਕੇ ਨੇ ਪੁੱਛਿਆ ਹਿੰਦੀ ਦੇ ਵਿੱਚ ਕਿ ਵੀ ਕਿਹੜੇ ਦੋ ਬੰਦੇ ਨੇ ਜਿਹਨਾਂ ਦੀ ਆਪਸ ਸੁਰ ਬੜਾ ਰਲਦਾ। ਮੈਂ ਹੱਥ ਖੜਾ ਕਰਿਆ, ਮੈਂ ਤੇ ਸੰਜੂ, ਮੈਨੂੰ ਯਕੀਨ ਹੀ ਬਹੁਤ ਸੀ ਕਿਉਂਕਿ ਹੈ ਸੀ, ਸਾਰਾ ਦਿਨ ਤਾਂ ਇੱਕ ਦੂਜੇ ਪਰਛਾਵਿਆਂ ਰਹਿੰਦੀ ਸਾਰਾ ਦਿਨ ਅਸੀਂ। ਤੇ ਸੰਜੂ ਕੂਣੀਆਂ ਮਾਰੇ ਥੱਲੇ, ਮੈਨੂੰ ਸਮਝ ਨਾ ਆਵੇ ਗੱਲ ਕੀ ਕਹਿੰਦਾ। ਮੈਂ ਹੋਇਆ ਕੀ ਆ? ਉਹ ਕਹਿੰਦਾ ਦੋ ਮੰਜਿਆਂ ਦਾ ਰੋਲ ਆਪਾਂ ਨੂੰ ਦੇ ਦੇਣਾ। ਤੇ ਮੈਂ ਕਿਹਾ ਸੰਜੂ ਹੁਣ ਤਾਂ ਮੈਂ ਕਹਿ ਬੈਠਾ ਯਾਰ, ਹੁਣ ਮੈਂ ਕੀ ਕਰਾਂ, ਹੁਣ ਨਹੀਂ ਪਿੱਛੇ ਮੁੜਨਾ, ਹੁਣ ਤਾਂ ਕਹਿ ਲਿਆ। ਤੇ ਉਹ ਫਿਰ ਹੋਇਆ ਐਕਚੁਅਲੀ ਕਿ ਉਹ ਕਿਸੇ ਨੇ ਉਹ ਕਹਿ, ਸੰਜੂ ਨੇ ਗਲਤ ਸੁਣਿਆ ਸੀਗਾ। ਉਹ ਐਕਚੁਅਲੀ ਸੂਤਰਧਾਰਾਂ ਦਾ ਰੋਲ ਸੀਗਾ, ਵੀ ਸੂਤਰਧਾਰ 1 ਤੇ ਸੂਤਰਧਾਰ 2। ਤੇ ਖਾਸੀਅਤ ਇਹ ਸੀ ਉਸ ਰੋਲ ਦੀ ਕਿ ਅਸੀਂ ਦੋਹਾਂ ਨੇ ਜੀ ਸਾਰਾ ਜਿਹੜੇ ਜਿੰਨਾ ਪਲੇ ਆ, ਸਾਰੇ ਲਾਈਨ ਜਿਹੜੀਆਂ ਇਨ ਸਿੰਕ ਬੋਲਣੀਆਂ। ਮਤਲਬ ਸੰਜੂ ਉਹ ਪਰਲੇ ਪਾਸੇ ਡਾਊਨ ਲੈਫਟ ਖੜਾ, ਮੈਂ ਡਾਊਨ ਰਾਈਟ ਖੜਾ, ਮੂੰਹ ਸਾਡੇ ਕਿਸੇ ਪਾਸੇ ਨਹੀਂ। ਅਸੀਂ ਇੰਨੀ ਤਿਆਰੀ ਕਰ ਲਈ ਕਿ ਮੂੰਹ ਅਸੀਂ ਦੇਖ ਵੀ ਨਹੀਂ ਗਏ। ਅਸੀਂ ਦੂਜੇ ਦੀ ਲਾਈਨ ਛੱਡੇ ਤੇ ਆਪਣੀ ਟਾਈਮਿੰਗ ਐਸੀ ਸੋਹਣੀ ਬਿਠਾਈ ਵੀ ਸੀ ਕਿ ਅਸੀਂ ਸਿੰਕ 'ਚ ਬੋਲਦੇ ਸੀਗੇ। ਸਾਨੂੰ ਸਭ ਤੋਂ ਮਜ਼ਾ ਆਉਂਦਾ ਸੀਗਾ ਕਿ ਸੈਮਲ ਪੰਡਿਤ ਜੀ ਦਾ ਰੋਲ ਕਰ ਰਿਹਾ ਸੀ। ਉਹ ਪੰਡਿਤ ਦੀ ਕਹਾਣੀ ਹੈ ਤੇ ਸੈਮਲ ਉਹਦਾ ਰੋਲ ਕਰਦਾ। ਤੇ ਸੈਮਲ ਦਾ ਹੁਣ ਦੇਸੀ ਭਾਊਗਾ ਬਿਲਕੁਲ ਡਿਫਰੈਂਟ। ਤੇ ਸੈਮਲ ਕਈ ਵਾਰ ਹੁੰਦਾ ਤੇਜ਼ ਬੋਲਦੇ ਹਿੰਦੀ 'ਚ, ਪੰਜਾਬੀ 'ਚ, ਉਹਦੀ ਹਿੰਦੀ ਮਿਸ ਮਾਰ ਜਾਂਦਾ ਬਿਲਕੁਲ, ਹਿੰਦੀ ਤੇ ਅੰਗਰੇਜ਼ੀ ਦੋਵਾਂ 'ਚ। ਤੇ ਮੈਂ ਤੇ ਸੰਜੂ ਨੇ ਜਿਵੇਂ ਪਹਿਲਾ ਜਿਹੜਾ ਚੰਕ ਸੀਗਾ ਤਕਰੀਬਨ 45-50 ਮਿੰਟ ਦਾ ਚੰਕ ਹੁੰਦਾ ਸੀਗਾ, ਜਿਹਦੇ ਵਿੱਚ ਅਸੀਂ ਸਟੇਜ ਤੋਂ ਉਤਰੀ ਨਹੀਂ, ਮੈਂ ਸੈਮਲ ਤੇ ਸੰਜੂ ਲੱਗੇ ਆ, ਬਾਕੀ ਹਾਂਜੀ ਅਸੀਂ ਉਹਦੀ ਇੰਨਾ ਟੈਂਪੋ ਚੱਕ ਦਿੰਦੇ ਸੀਗੇ ਮੈਂ ਤੇ ਸੰਜੂ, ਕਿਉਂਕਿ ਸਾਨੂੰ ਤਰਾਰੇ ਚ ਆਏ ਦੋਨਾਂ ਦੀ ਸੋਰਾ ਐਸਾ ਲੱਗਾ ਪਿਆ ਵੀ ਭੱਜ ਰਹੇ ਸਟੇਜ ਤੇ ਇਧਰੋਂ ਉਧਰੋਂ ਕਮਲੇ ਹੋਏ। ਅਸੀਂ 50 ਮਿੰਟ ਵਾਲਾ ਸਕਵੀਜ਼ ਕਰਕੇ 40 ਮਿੰਟ ਚ ਲਿਆਉਣਾ। ਅੱਛਾ, ਤੇ ਹੁਣ ਜਿੰਨੀ ਪੇਸ ਨਾਲ ਅਸੀਂ ਜਾ ਰਹੇ ਹਾਂ, ਸੈਮਲ ਨੂੰ ਨਾਲ ਚੱਕਣਾ ਪੈਣਾ, ਮੈਚ ਕਰਨਾ ਪੈਣਾ। 2-3 ਵਾਰ ਫਾਈਨਲ ਪਰਫਾਰਮੈਂਸ ਹੋਇਆ ਕਿ ਸੈਮਲ ਹਿੰਦੀ ਤਰ੍ਹਾਂ ਤੇ ਪੰਜਾਬੀ ਬੋਲ ਰਿਹਾ ਨਾ, ਲੰਘਾ ਜਾਂਦਾ ਨਾ ਟਾਪਾ ਜਾਂਦਾ, ਉਹ ਇਦਾਂ ਚੱਲ ਪੈਂਦਾ ਸੀ ਕੰਮ। ਤੇ ਅਸੀਂ ਬੜਾ ਇੰਜੋਏ ਕਰਦੇ ਸੀਗੇ। ਤੇ ਅਸੀਂ ਜਦੋਂ ਪਹਿਲੀ ਪਰਫਾਰਮੈਂਸ ਦਿੱਤੀ, ਮੈਨੂੰ ਚੰਗੀ ਤਰ੍ਹਾਂ ਯਾਦ ਆ, 40 ਮਿੰਟ ਬਾਅਦ ਸਟੇਜ ਤੋਂ ਬੈਕ ਸਟੇਜ ਉਤਰ ਕੇ ਗਏ ਤੇ ਗੁਰੂ ਜੀ ਬਲਰਾਜ ਪੰਡਿਤ ਜੀ ਆਏ ਤੇ ਉਹਨਾਂ ਦਾ ਇੱਕ ਅੰਦਾਜ਼ ਸੀ ਨਾ ਬੋਲਣ ਦਾ, ਐ ਹੱਥ ਕਰਕੇ ਕਹਿੰਦੇ ਤੇ ਉਹ ਪੰਜਾਬੀ ਚ ਗਾਲ ਜਿਹੜੀ ਕਰਦੀ ਪੰਜਾਬੀ, ਉਹਨਾਂ ਦੀ ਥੋੜੀ ਹਿੰਦੀ ਨੜਾ ਕੇ ਚਸਕੇ ਵਾਲੀ ਬੋਲਦੇ ਸੀਗੇ। ਤੇ ਹੁਣ ਤੇ ਪਤਾ ਲੱਗ ਗਿਆ ਤੁਸੀਂ ਕੀ ਹੋ, ਅਬ ਤੋਂ ਮਿਹਨਤ ਕਰ ਲੋ। ਤੇ ਅਸੀਂ ਦੋਵੇਂ ਇੱਕ ਦੂਜੇ ਦਾ ਮੂੰਹ ਦੇਖ ਰਹੇ ਤੇ ਬਲਰਾਮ ਭਾ ਪਿੱਛੋਂ ਦੀ ਆਇਆ, ਕਹਿੰਦਾ ਉਹ ਕੰਪਲੀਮੈਂਟ ਦੇ ਕੇ ਗਏ ਨੇ ਓਏ। ਇਹ ਚੀਜ਼ ਸਾਨੂੰ ਸਾਡੀ ਮੇਕਿੰਗ ਦੇ ਵਿੱਚ ਹਨਾ ਇੱਕ ਕੰਪਲੀਮੈਂਟ ਵੀ ਕਿੱਡਾ ਵੱਡਾ ਰੋਲ ਅਦਾ ਕਰਦਾ। ਜੀ ਜੀ, ਇਹ ਕਿਸੇ ਵੀ ਕ੍ਰੀਏਟਿਵ ਪਰਸਨ ਨੂੰ ਕਿਸੇ ਵੀ ਕ੍ਰੀਏਟਿਵ ਫੀਲਡ ਦੇ ਵਿੱਚ ਇੰਨੀ ਕਿ ਤਾਂ ਉਮੀਦ ਹੁੰਦੀ ਹੈ ਨਾ ਵੀ ਪਿੱਠ ਤੇ ਥੋੜੇ ਥਾਪੜਾ ਵੀ ਵਧੀਆ ਕਰ ਰਿਹਾ, ਬੰਦਾ ਫਿਰ ਹੌਸਲੇ ਨਾਲ ਹੋਰ ਗਾਂ ਵਧੀਆ ਕਰਦਾ। ਰਾਈਟਿੰਗ ਵੱਲ ਕਿਵੇਂ ਜਾਂਦੇ ਹੋ ਫਿਰ ਤੁਸੀਂ? ਮਤਲਬ ਮੈਂ ਤੁਹਾਡੀ ਸਾਰੀ ਓਵਰਆਲ ਪਰਸਨੈਲਿਟੀ, ਸੰਜੂ ਸਲੰਕੀ, ਮੈਂ ਸੰਜੂ ਨਾਲ ਵੀ ਇਹ ਗੱਲ ਕੀਤੀ ਸੀ ਬਾਈ ਨਾਲ, ਤੁਹਾਡੀ ਓਵਰਆਲ ਸਾਰੀ ਪਰਸਨੈਲਿਟੀ ਤਾਂ ਕੈਮਰਾ ਲੁੱਕ ਵਾਲੀ ਹੈ ਹਨਾ। ਤੁਸੀਂ ਔਨ ਸਕਰੀਨ ਵਾਲੇ ਕੰਮ ਲਈ ਬਣੇ ਸੀਗੇ ਜਾਂ
ਤੁਹਾਨੂੰ ਕੰਪਲੀਮੈਂਟ ਦੇ ਰੂਪ ਦੇ ਵਿੱਚ ਫਿਰ ਮਿਹਨਤ ਵੀ ਕੀਤੀ ਹੋਣੀ ਓਬਵੀਅਸਲੀ ਹੈ ਨਾ। ਬੰਬੇ ਜਾਣਾ ਤਾਂ ਬੰਦਾ ਉਨੀ ਤਿਆਰੀ ਕਰਕੇ ਵੀ ਜਾਂਦਾ ਜਾਂ ਉੱਥੇ ਜਾ ਕੇ ਵੀ ਸਿੱਖਦਾ। ਔਨ ਕੈਮਰਾ ਨਾ ਆ ਕੇ ਫਿਰ ਤੁਸੀਂ ਬਿਹਾਈਂਡ ਦਾ ਸੀਨ, ਬਿਹਾਈਂਡ ਦਾ ਕਰਟਨ ਵਾਲਾ ਕੰਮ ਕਿਵੇਂ ਚੁਣ ਲਿਆ? ਇਹ ਕੰਮ ਕਿਵੇਂ ਆ ਗਿਆ ਕਿ ਤੁਸੀਂ ਲੇਖਕ ਬਣ ਗਏ, ਤੁਸੀਂ ਫਿਲਮ ਰਾਈਟਿੰਗ ਦੇ ਵਿੱਚ, ਟੀਵੀ ਸੀਰੀਅਲ ਰਾਈਟਿੰਗ ਦੇ ਵਿੱਚ ਉਧਰ ਨੂੰ ਕਿਵੇਂ ਮੋਲਡ ਹੋ ਗਏ? ਜੀ, ਤਾਂ ਜਦੋਂ ਮੈਂ ਪਾਸ ਆਊਟ ਕੀਤਾ ਹੀ ਹੈ ਜੀ, ਮੈਂ ਕੀਤੀ ਐਕਟਿੰਗ ਸੀ ਪਹਿਲਾਂ। ਲਾਟਾ ਹਰਬਖਸ਼ ਸਿੰਘ ਇੱਕ ਲਾਟਾ ਜੀ ਫਿਲਮ ਫਿਲਮ ਬਣਾ ਰਹੇ ਸੀਗੇ ਆਪਣੇ ਮੈਡਮ ਦਲੀਪ ਕੌਰ ਟਿਵਾਣਾ ਜੀ, ਉਹਨਾਂ ਦਾ ਨਾਵਲ ਸੀਗਾ ਰਿਣ ਪਿੱਤਰਾਂ ਦਾ ਜੀ। ਤਾਂ ਉਹਨਾਂ ਨੂੰ ਐਂਗਲੋ ਇੰਡੀਅਨ ਲੁੱਕਸ ਵਾਲਾ ਮੁੰਡਾ ਚਾਹੀਦਾ ਸੀਗਾ। ਮੈਡਮ ਸੁਨੀਤਾ ਧੀਰ ਨੇ ਮੇਰਾ ਨਾਮ ਸੁਜੈਸਟ ਕੀਤਾ ਕਿ ਉਹ ਹੈਗਾ, ਉਹਨਾਂ ਨੂੰ ਪਸੰਦ ਆ ਗਿਆ ਸ਼ੇਵ ਕਰਕੇ ਵੀ ਗੋਰਾ ਚਿੱਟਾ ਬੰਦਾ ਹੈਗਾ ਇਹ ਵੀ ਫਿੱਟ ਹੈ ਐਂਗਲੋ ਇੰਡੀਅਨ। ਤੇ ਉਹ ਵਧੀਆ ਹੋਇਆ, ਦੂਰਦਰਸ਼ਨ ਤੇ 3 ਐਪੀਸੋਡ ਵਿੱਚ ਬਣਾ ਕੇ ਉਹਨਾਂ ਨੇ ਕੀਤਾ ਉਹਨੂੰ ਆਪਣਾ ਰਿਲੀਜ਼, ਤੇ ਉਹ ਐਪਰੀਸੀਏਸ਼ਨ ਬਹੁਤ ਮਿਲੀ ਸੀਗੀ। ਉਸ ਤੋਂ ਬਾਅਦ ਹੋਇਆ ਕਿ ਬੰਬੇ ਚਲੇ ਗਏ ਜੀ। ਬੰਬੇ ਗਏ ਤੇ ਕੋਸ਼ਿਸ਼ ਕੀਤੀ, ਛੋਟੇ ਛੋਟੇ ਰੋਲ ਮਿਲੇ। ਇੱਕ ਮੇਰੀ ਪਰਸਨੈਲਿਟੀ ਬੜੀ ਸ਼ਾਇਰੀ, ਮੈਂ ਅੱਜ ਜਿਹੜਾ ਹੁਣ ਬੋਲਣ ਲੱਗਾ ਮੈਂ ਜ਼ਿੰਦਗੀ 'ਚ ਬਹੁਤ ਲੇਟ ਬੋਲਣ ਲੱਗਾ, ਜੋ ਵੀ ਬਚਪਨ 'ਚ ਹੋਇਆ ਜਿਵੇਂ ਹਾਂਜੀ, ਬਟ ਸ਼ਾਇਰ ਪਰਸਨੈਲਿਟੀ ਸੀ ਕਾਫੀ ਜ਼ਿਆਦਾ। ਤੇ ਆਹ ਦਫ਼ਤਰਾਂ ਦੇ ਵਿੱਚ ਉਸ ਵੇਲੇ ਏਜੰਟਸ ਵਗੈਰਾ ਕੰਮ ਨਹੀਂ ਹੁੰਦਾ ਸੀਗਾ, ਕਾਸਟਿੰਗ ਡਾਇਰੈਕਟਰ ਦੀ ਇੰਨੀ ਜ਼ਿਆਦਾ ਹੁਣ ਤੁਰ ਪਿਆ ਨਾ, ਇਹ ਬੜਾ ਔਖਾ ਕੰਮ ਸੀ ਕਿ ਤੁਸੀਂ ਫੋਟੋਆਂ ਲੈ ਕੇ ਦਫ਼ਤਰਾਂ 'ਚ ਵੰਡਦੇ ਫਿਰਦੇ ਸੀ ਨਾਲ ਆਪਣਾ ਰਿਜ਼ਿਊਮੇ ਜਾਂ ਦੇ ਕੇ ਕਿ ਕੋਈ ਆਡੀਸ਼ਨ ਲਈ ਬੁਲਾਊਗਾ ਤੇ ਫਿਰ ਕੰਮ ਕਰਾਂਗੇ। ਉਹ ਮੈਨੂੰ ਬੜਾ ਔਖਾ ਲੱਗਦਾ ਸੀਗਾ, ਪਰ ਫਿਰ ਵੀ ਕਰ ਰਹੇ ਸੀਗੇ। ਇੰਨੇ 'ਚ ਹੋਇਆ ਕਿ ਮੁੰਬਈ ਦੂਰਦਰਸ਼ਨ ਤੇ ਆਪਣਾ ਇੱਕ ਸਾਡੇ ਸੀਨੀਅਰ ਹੁੰਦੇ ਸੀਗੇ ਸ਼ਹੀਨ ਭਾਜੀ ਜੀ, ਤੇ ਉਹ ਸੀਗੇ, ਉਹਨਾਂ ਨੇ ਉੱਥੇ ਇੱਕ ਜ਼ਰੂਰ ਜਿਵੇਂ ਕਿ ਜਿਹੜੇ ਰੀਜਨਲ ਦੂਰਦਰਸ਼ਨ ਹੁੰਦੇ ਉਹਨਾਂ ਦੇ ਬਜਟ ਛੋਟੇ ਹੁੰਦੇ ਆ ਜੀ ਜੀ, ਉਹਨਾਂ ਨੇ ਇੱਕ ਇਹੋ ਜਿਹਾ ਐਂਕਰ ਚਾਹੀਦਾ ਸੀ ਜਿਹੜਾ ਲਿਖ ਵੀ ਆਪ ਸਕੇ, ਆਪਣੀਆਂ ਚੀਜ਼ਾਂ ਆਪ ਲਿਖ ਕੇ ਬੋਲਦੇ। ਹਾਂ, ਤੇ ਉਹ ਮੇਰਾ ਪਹਿਲਾ ਕੰਮ ਸੀ ਔਨ ਟੈਲੀਵਿਜ਼ਨ ਕਿ ਆਪ ਹੀ ਲਿਖ ਰਿਹਾ ਤੇ ਆਪ ਹੀ ਬੋਲ ਰਿਹਾ ਐਂਕਰ ਦਾ ਜੀ। ਇੰਨੇ ਦੇ ਵਿੱਚ ਕਰਦੇ ਹੀ ਸੀਗੇ ਤੇ ਪੰਜਾਬੀ ਟੈਲੀਵਿਜ਼ਨ ਐਗਜ਼ਿਸਟੈਂਸ ਆ ਗਿਆ, ਅਲਫਾ ਪੰਜਾਬੀ ਸ਼ੁਰੂ ਹੋਇਆ ਤੇ ਪਹਿਲਾ ਉੱਥੇ ਸ਼ੋਅ ਆਇਆ ਟੁੰਨੇ ਦਾ ਠੂਣਾ ਜੀ। ਉਹ ਸਕਰੀਨ ਪਲੇ ਹੋਰ ਲਿਖ ਰਿਹਾ ਸੀ ਕੋਈ, ਉਹਨਾਂ ਨੂੰ ਚਾਹੀਦਾ ਸੀ ਕੋਈ ਡਾਇਲੌਗ ਵਾਸਤੇ। ਬੜਾ ਪੁਰਾਣਾ ਸੀਗਾ, ਬੜਾ ਹਿੱਟ ਸੀਗਾ, ਅਸੀਂ ਬੱਚੇ ਹੁੰਦੇ ਸੀ ਉਦੋਂ। ਹਾਂਜੀ, ਅੱਛਾ ਇੰਨਾ ਵੱਡਾ ਮੈਂ ਤਾਂ ਨਹੀਂ ਚਾਹੇ ਮੈਂ ਲੇਟ ਤੇ ਫਿਰ ਮੈਂ ਉਹਦੇ ਲਿਖਿਆ, ਉੱਥੋਂ ਬੜਾ ਮਤਲਬ ਐਪਰੀਸੀਏਸ਼ਨ ਮਿਲੀ। ਫਿਰ ਉੱਥੇ ਉਹਨਾਂ ਨੇ ਰੰਗਲਾ ਪੰਜਾਬ ਲਿਖਿਆ, ਇੱਦਾਂ ਅਲਫਾ ਪੰਜਾਬੀ ਲਈ ਥੋੜਾ ਜਿਹਾ ਕੰਮ ਕੀਤਾ। ਪ੍ਰਤਾਪੀ ਜਿਹੜਾ ਪਹਿਲਾ ਡੇਲੀ ਸੋਪ ਸੀਗਾ ਉਹਦੇ ਮੈਂ ਕਾਫੀ ਐਪੀਸੋਡ ਪਹਿਲਾਂ ਸ਼ੁਰੂ 'ਚ ਲਿਖੇ, ਪਰ ਫਿਰ ਮੈਂ ਇਸ ਕਰਕੇ ਛੱਡਤਾ ਕਿ ਇੱਕ ਤਾਂ ਮਜ਼ਾ ਨਹੀਂ ਆ ਰਿਹਾ ਸੀਗਾ ਕਿਉਂਕਿ ਉਹ 2-3 ਰਾਈਟਰਸ ਉਹਨੇ ਰੱਖ ਲਏ ਤੇ ਉਹ ਲੈਂਗੁਏਜ ਦਾ ਡਾਇਲੈਕਟ ਸਭ ਦਾ ਅਲੱਗ-ਅਲੱਗ, ਕਿ ਮੈਨੂੰ ਲੱਗ ਰਿਹਾ ਸੀ ਕਿ ਮੈਂ ਕਿੱਥੇ ਇਹਦੇ ਵਿੱਚ ਜੀ। ਤੇ ਉੱਥੋਂ ਬਾਅਦ ਫਿਰ ਬਸ ਥੋੜਾ ਵਿੱਚ ਨੂੰ ਇੱਦਾਂ ਡਿੱਗਦੇ ਢਹਿੰਦੇ, ਕਦੇ ਉੱਠ ਜਾਂਦੇ ਸੀ, ਫਿਰ ਕੰਮ ਮਿਲ ਜਾਂਦਾ ਸੀ, ਬਹਿ ਜਾਂਦੇ ਸੀਗੇ। ਫਿਰ ਇਹਦਾ ਪੰਜਾਬੀ ਥੋੜਾ ਹੋ ਲਿਖਿਆ। ਫਿਰ ਹਿੰਦੀ ਦੇ ਵਿੱਚ ਇੱਦਾਂ ਹੋਇਆ ਕਿ ਕਾਫੀ ਜਦੋਂ ਕੰਮ ਕਰਦਾ ਰਿਹਾ ਤਾਂ ਇੱਕ ਕ੍ਰੀਏਟਿਵ ਡਾਇਰੈਕਟਰ ਸੀਗੇ, ਇਹ ਮੈਂ ਸੀਰੀਅਲ ਸੀ ਵਿਛੋੜਾ, ਉਹਦੇ 'ਚ ਅੰਜੂ ਗਿੱਲ ਕ੍ਰੀਏਟਿਵ ਡਾਇਰੈਕਟਰ ਸੀਗੇ। ਉਹਨਾਂ ਨੇ ਬੜਾ ਹੌਸਲਾ ਦਿੱਤਾ ਮੈਨੂੰ। ਉਹਨਾਂ ਨੇ ਮੈਨੂੰ ਕਿਹਾ ਕਿ ਵਾਈ ਡੋਂਟ ਯੂ ਗੋ ਟੂ ਬਾਲਾਜੀ ਟੈਲੀਫਿਲਮਸ, ਕਿ ਉਹ ਨਵੇਂ ਰਾਈਟਰ ਲੱਭ ਰਹੇ ਨੇ। ਤਾਂ ਫਿਰ ਮੈਂ ਏਕਤਾ ਕਪੂਰ ਦੇ ਉੱਥੇ ਗਿਆ। ਮੈਂ ਉੱਥੇ ਰੋਕਦਾ ਭਾਜੀ, ਰੋਕਦਾ। ਹੁਣ ਆਪਾਂ ਬੰਬੇ ਪਹੁੰਚ ਗਏ। ਬੰਬੇ ਯਾਰ ਐ ਨਹੀਂ ਗੱਡੀ ਲੈ ਕੇ ਜਾਣੇ ਅਸੀਂ। ਬੰਬੇ ਬੜਾ ਐਸਾ ਸ਼ਹਿਰ ਹੈ ਨਾ, ਉਸ ਨੂੰ ਬੇਦਰਦ ਵੀ ਕਹਿ ਲਓ ਤਾਂ ਉਹ ਵੀ ਉਹਦੇ ਉੱਤੇ ਟੁਕਦਾ, ਉਸ ਨੂੰ ਇਹ ਵੀ ਕਹਿ ਲਓ ਕਿ ਉਹ ਐਡੀ ਮਹਿਮਾਨ ਨਵਾਜ਼ੀ ਕਰਦਾ। ਜਿਨ੍ਹਾਂ ਤੇ ਮਿਹਨਤ ਜਾਂ ਕਿਸਮਤ ਮਿਹਰਬਾਨ ਹੁੰਦੀ ਆ, ਉਹ ਫਿਰ ਮਹਿਮਾਨ ਨਵਾਜ਼ੀ ਕਰਕੇ ਦੌਲਤ ਵੀ ਦਿੰਦਾ, ਸ਼ੋਹਰਤ ਵੀ ਦਿੰਦਾ, ਐਵਰੀਥਿੰਗ ਤੁਹਾਨੂੰ ਦਿੰਦਾ। ਪਰ ਜਦੋਂ ਤੱਪੜ ਰੋਲਣ ਤੇ ਆਉਂਦਾ ਤਾਂ ਬੰਬੇ ਐਸੇ ਬੁਰੇ ਤਰੀਕੇ ਨਾਲ ਤੱਪੜ ਰੋਲਦਾ ਤਾਂ ਗੱਲ ਛੱਡ ਦਿਓ। ਉਸ ਸ਼ਹਿਰ ਦੀ ਕਹਾਣੀ ਇਦਾਂ ਨਹੀਂ ਪਾਉਣੀ, ਥੋੜੇ ਜਿਹਾ ਰੋਕ ਕੇ ਪਾਉਂਦੇ ਆ। ਮਿਲਦੇ ਆ ਬ੍ਰੇਕ ਤੇ ਅਗਲੇ ਪਾਸ। ਬ੍ਰੇਕ ਦੇ ਸਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਸਹਿਤ ਦੀ ਤੰਦ ਬਾਈ ਬੈਰੀ ਢਿੱਲੋਂ ਹੋਰਾਂ ਨਾਲ ਪਾਈ ਹੈ। ਆਓ ਫਿਰ ਚੱਲੀਏ ਸੁਪਨਿਆਂ ਦੀ ਨਗਰੀ। ਅੱਜ ਕੱਲ੍ਹ ਮੁੰਬਈ, ਪਰ ਸਾਡਾ ਤਾਂ ਬੰਬਈ ਹੈ ਭਾਜੀ। ਬੰਬੇ ਧਾਰਾ ਹੀ ਹੁੰਦਾ ਜਿਹੜਾ ਐਮਏ ਥੀਏਟਰ ਕਰਦਾ, ਸਾਰਿਆਂ ਨੂੰ ਧਾਰਿਆ ਹੁੰਦਾ ਕਿ ਬੰਬੇ ਜਾਣਾ ਆਪਾਂ, ਹੈ ਨਾ। ਪਹਿਲਾਂ ਤਾਂ ਬਾਲਾਜੀ ਪਹੁੰਚਣ ਤੋਂ ਪਹਿਲਾਂ ਮਤਲਬ ਬੰਬੇ ਦੀ ਖਾਸ ਸਟਰਗਲ ਹੁੰਦੀ ਹੈ। ਇੱਕ ਤਾਂ ਉਹ ਜਿਵੇਂ ਸਤਿੰਦਰ ਸਰਤਾਜ ਨੇ ਗੀਤ ਗਾਇਆ ਸੀ ਨਾ ਕਿ ਵਿਦਿਆਰਥੀ ਜੀਵਨ ਦੀ ਆਰਥਿਕ ਤੰਗਹਾਲੀ ਦਾ ਵਰਣਨ, ਹੈ ਨਾ। ਉਹ ਯਾਮਾ ਗੀਤ ਦੇ ਵਿੱਚ ਉਹਨਾਂ ਨੇ ਉਹ ਜ਼ਿਕਰ ਕੀਤਾ ਵੀ ਤੇਲ ਪਵਾਉਣ ਨੂੰ ਵੀ ਪੈਸੇ ਨਹੀਂ ਹੁੰਦੇ ਵਿਦਿਆਰਥੀ ਜੀਵਨ ਦੇ ਵਿੱਚ। ਬੰਬੇ ਦੀ ਸਟਰਗਲ ਕਿੱਦਾਂ ਦੀ ਹੈ, ਜਾਂ ਬੰਬੇ ਦੀ ਜਾ ਕੇ ਫਿਰ ਸਟਰਗਲ ਕਿਵੇਂ ਕੀਤੀ ਭਾਜੀ? ਪੈਸੇ ਪੂਸੇ ਵਾਲਾ ਕੰਮ ਵੀ ਉਦੋਂ ਔਖਾ ਸੀਗਾ। ਮੈਂ ਤਾਂ ਤੁਹਾਡੇ ਹਾਲਾਤ ਸੁਣ ਕੇ ਹੀ ਹੈਰਾਨ ਹਾਂ ਨਾ ਸਾਰਿਆਂ ਨੂੰ। ਹਾਂਜੀ, ਮਤਲਬ ਉੱਥੇ ਪੂਰੇ ਫਾਕੇ ਕੱਟੇ। ਕਿਵੇਂ ਗਏ, ਕਿਹੜੇ ਈਅਰ ਦੇ ਵਿੱਚ ਪਹੁੰਚਦੇ ਆ? ਤਾਂ ਫਿਰ ਉਹ ਸਾਰਾ ਉਹ ਤਾਂ ਤੁਸੀਂ ਥੋੜਾ ਜਿਹਾ ਵਿੱਚ ਦੱਸਤਾ ਕਿ ਵੀ ਸੀਗੇ ਤਕਰੀਬਨ ਹੁਣ ਉੱਕਾ ਬੁੱਕਾ ਯਾਰ 95 ਦੀ ਗੱਲ ਹੈ। ਤੇ ਉਦੋਂ ਜਿਵੇਂ ਪਹਿਲਾਂ ਦੱਸਿਆ ਕਿ ਪਹਿਲਾਂ ਐਕਟਿੰਗ ਕਰ ਰਹੇ ਸੀ, ਫੋਟੋਆਂ ਹੀ ਵੰਡਦੇ ਸੀਗੇ। ਤੇ
ਸ਼ਰਮਾਕਲ ਹੋਣ ਦੀ ਵਜ੍ਹਾ ਨਾਲ ਮੈਨੂੰ ਬੜਾ ਔਖਾ ਲੱਗਦਾ ਸੀਗਾ ਤੇ ਇੰਨੇ 'ਚ ਹੀ ਉਹ ਪਹਿਲਾ ਕੰਮ ਮਿਲਿਆ ਮੁੰਬਈ ਦੂਰਦਰਸ਼ਨ ਵਾਲਾ, ਥੋੜੇ ਜਿਹੇ ਪੈਸਿਆਂ ਵਾਲਾ, ਪਰ ਚਲੋ ਉਹਨੂੰ ਹੌਸਲਾ ਹੋ ਗਿਆ ਕਿ ਇੱਕ ਮੇਰਾ ਲਿਖਿਆ ਹੋਇਆ ਕੰਮ ਔਨ 에ਅਰ ਚਲਾ ਗਿਆ ਔਰ ਪੈਸੇ ਵੀ ਆ ਗਏ, ਪੈਸੇ ਵੀ ਆਏ, ਥੋੜੇ ਜਿਹੇ। ਫਿਰ ਮਿਲਿਆ ਪੰਜਾਬੀ ਟੈਲੀਵਿਜ਼ਨ, ਉਹਦੇ ਨਾਲ ਥੋੜੇ ਪੈਸੇ ਹੋਰ ਆਉਣ ਲੱਗ ਪਏ ਤੇ ਉਹਦੇ ਨਾਲ ਹੌਸਲਾ ਬਣਿਆ। ਫਿਰ ਵਿੱਚ ਨੂੰ ਇੱਕਦਮ ਫਾਕਿਆ ਮਸਤੀ ਫਿਰ ਦੁਬਾਰਾ ਸ਼ੁਰੂ ਹੋਈ। ਮਤਲਬ ਮੈਂ ਇਹੋ ਜਿਹੇ ਦਿਨ ਦੇਖੇ ਕਿ ਤਕਰੀਬਨ 3 ਦਿਨ ਆਪਣੇ ਕੋਲ ਖਾਣ ਨੂੰ ਕੁਝ ਵੀ ਨਹੀਂ ਹੈਗਾ। ਹਾਂਜੀ, ਇਕੱਲੇ ਪਾਣੀ ਤੇ ਹੀ ਆ। ਐ ਹੁੰਦੀਆਂ ਨੇ ਇਹ ਜ਼ਿੰਦਗੀ ਦੀਆਂ ਬਾਤਾਂ ਐਸੀਆਂ ਨੇ ਜੀ। ਤੇ ਰੱਬ ਤੇ ਬਹੁਤ ਯਕੀਨ ਆ ਮੇਰਾ। ਮੈਂ ਕਹਿੰਦਾ ਹੁੰਦੀ ਵੀ ਮਿੱਤਰ ਐ ਨਾ ਕਰ ਯਾਰ, ਮੈਂ ਕਿਹੜਾ ਕਹਿੰਦਾ ਲਾਟਰੀਆਂ ਕੱਢਦੇ, ਕੰਮ ਦੇ ਮੈਂ ਘੱਟੋ ਘੱਟ ਆਪਦੇ ਆਪ ਨੂੰ ਸਾਬਿਤ ਕਰ ਸਕਾਂ ਜੀ, ਹੋਰ ਕਿਸੇ ਨੂੰ ਨਹੀਂ, ਆਪਣੇ ਆਪ ਨੂੰ ਕਰ ਸਕਾਂ ਕਿ ਮੈਂ ਕੁਛ ਤਾਂ ਕਰ ਸਕਦਾ। ਤੇ ਉਹ ਹੋਇਆ। ਫਿਰ ਇਦਾਂ ਤੁਹਾਨੂੰ ਦੱਸਿਆ ਕਿ ਮੈਂ ਏਕਤਾ ਕਪੂਰ ਦੇ ਆਫਿਸ, ਜਿਵੇਂ ਉਹਦੇ ਕ੍ਰੀਏਟਿਵ ਡਾਇਰੈਕਟਰ ਅੰਜੂ ਗਿੱਲ ਹੋਰਾਂ ਨੇ ਉਹਨਾਂ ਦਾ ਨਾਮ ਪਹਿਲਾਂ ਲਿੱਤਾ, ਉਹਨਾਂ ਨੇ ਹੌਸਲਾ ਦਿੱਤਾ ਤੇ ਪੁਸ਼ ਕੀਤਾ ਕਿ ਟਰਾਈ ਤਾਂ ਕਰੋ। ਉੱਥੇ ਜਾਣ ਲੱਗਾ, ਮੈਂ ਇੱਕ ਦਿਨ ਗਿਆ ਤੇ ਪੈਸੇ ਵੀ ਥੋੜੇ ਜਿਹੇ ਹੁੰਦੇ ਸੀ, ਬੱਸ 'ਚ ਜਾਣਾ ਹੁੰਦਾ ਸੀਗਾ ਗੋਰੇਗਾਂਵ ਤੋਂ ਉਹਨਾਂ ਦੇ ਆਫਿਸ ਦੇ ਵਿੱਚ, ਕਾਫੀ ਵਿੱਚ ਨੂੰ ਤੁਰਨਾ ਹੀ ਪੈਂਦਾ ਸੀਗਾ। ਤੇ ਉਹਨਾਂ ਦੀ ਸੈਕਟਰੀ ਬਾਹਰ ਬਿਠਾ ਦਿਆ ਕਰੇ, ਮੈਨੂੰ ਲੱਗੇ ਅੱਜ ਮਿਲਾਊਗੀ ਕੱਲ ਮਿਲਾਊਗੀ। ਉਹ ਹੌਲੀ ਹੌਲੀ ਵੀਰ 10 ਦਿਨ ਬੀਤੇ, 15 ਦਿਨ ਬੀਤੇ, ਪਰ ਮੈਂ ਰੋਜ਼ ਜਾਂਦੇ ਸੀ, ਹਾਜ਼ਰੀ ਭਰਦੇ ਸੀ ਤੁਸੀਂ। ਇੱਕ ਚਿੱਟਾ ਝੱਗਾ ਹੁੰਦਾ ਸੀ ਮੇਰੇ ਕੋਲ, ਇੱਕ ਦੂਜਾ ਮੈਂ ਰੋਜ਼ ਧੋ ਕੇ ਰੱਖ ਲੈਂਦਾ ਸੀਗਾ, ਸਾਫ਼ ਕੱਪੜੇ ਪਾ ਕੇ ਜਾਣੇ ਆ। ਮੇਰੇ ਖਿਆਲ 25ਵੇਂ ਇੱਕ ਦਿਨ ਜਾ ਕੇ ਏਕਤਾ ਨੇ ਦੇਖਿਆ, ਕਹਿੰਦੀ ਬੰਦਾ ਕੌਣ ਆ ਬਾਹਰ ਬੈਠਾ ਰਹਿੰਦਾ ਰੋਜ਼ ਆ ਕੇ। ਉਹਨੇ ਨੋਟਿਸ ਕੀਤਾ ਕਿਉਂਕਿ ਰੋਜ਼ ਮੈਂ ਬੈਠਾ ਹੀ ਹੁੰਦਾ ਸੀ। ਮੈਂ ਕਦੇ ਕਾਲ ਨਹੀਂ ਦਿਖਾਉਂਦਾ, ਮੈਂ ਚੁੱਪ-ਚਾਪ ਕੇ ਅਕਾਲ ਪੁਰਖ ਨੇ ਹੁਣ ਇਹ ਡਿਊਟੀ ਲਾਈ ਆ, ਆਪਾਂ ਕਰਨ ਪਾਉਣੀ ਆ, ਬੈਠੋ ਆਪਾਂ ਬੈਠੇ ਆ, ਮੋਰਚਾ ਛੱਡਣ ਵਾਲੇ ਨਹੀਂ ਹੈਗੇ। ਅਗਲੇ ਨਾ ਕਹਿਣਗੇ ਜਿਸ ਦਿਨ, ਉਦੋਂ ਬਾਅਦ ਦੇਖਾਂਗੇ ਕੀ ਹੁੰਦਾ, ਹਾਲੇ ਤਾਂ ਗੱਲ ਹੀ ਨਹੀਂ ਹੋਈ ਨਾ। ਫਿਰ ਉਹਨੇ ਕਿਹਾ ਤੇ ਫਿਰ ਮੈਂ ਦੱਸਿਆ ਗਿਆ ਵੀ ਇਹ ਰਾਈਟਰ ਆ। ਫਿਰ ਉਸ ਤੋਂ ਬਾਅਦ ਕਿਸੇ ਨੇ, ਉਹਨਾਂ ਨੇ ਇੱਕ ਉੱਥੇ ਭਾਰਵੀ ਸ਼ਾਹ ਹੁੰਦੇ ਸੀ ਜਿਹੜੇ ਉੱਥੇ ਉਹਨਾਂ ਦੀ ਸੀਰੀਅਲ ਕੁਸੁਮ, ਉਹਦੀ ਕ੍ਰੀਏਟਿਵ ਡਾਇਰੈਕਟਰ, ਤੇ ਬਾਲਾ ਜੀ ਦੀ ਪੂਰੀ ਸਕ੍ਰਿਪਟ ਹੈਡ ਹੁੰਦੀ ਸੀ ਉਹ। ਉਹਨੇ ਗੱਲ ਕੀਤੀ ਤੇ ਮੈਂ ਇੱਕ ਅੰਗਰੇਜ਼ੀ ਦਾ ਇੱਕ ਕਿਤਾਬ ਤੇ ਫਿਲਮ ਹੈ ਬ੍ਰਿਜਸ ਆਫ ਮੈਡੀਸਨ ਕਾਉਂਟੀ, ਮੈਂ ਉਹਨੂੰ ਅਡੈਪਟ ਕੀਤਾ ਸੀਗਾ ਗੋਆ ਦੀ ਬੈਕਗ੍ਰਾਉਂਡ ਤੇ, ਗੋਆ ਦੇ ਚਰਚਸ ਤੇ। ਤੇ ਉਹ ਮੈਂ 3 ਪੰਨੇ ਦਾ ਸਿਨੋਪਸਿਸ ਜਾਂ ਉਹਨੂੰ ਦਿੱਤਾ, ਉਹਨੇ ਪੜ੍ਹਿਆ, ਉਹਨੂੰ ਗੱਲ ਸਮਝ ਆ ਗਈ ਕਿ ਬੰਦਾ ਲਿਖਣ ਜਾਣਦਾ। ਉਹਨਾਂ ਨਾਲ ਹੀ ਜਿਹੜਾ ਉੱਥੇ CEO ਸੀ ਗੱਲ ਕੀਤੀ ਤੇ ਮੈਂ ਆਪਣਾ ਕੰਮ ਸ਼ੁਰੂ ਹੋ ਗਿਆ। ਓ ਦੈਟਸ ਗੁੱਡ। ਹਾਂਜੀ, ਕਿਹੜਾ ਜਿਹੜੇ ਪਹਿਲੇ ਪ੍ਰੋਜੈਕਟ ਦੇ ਨਾਲ ਆਪਾਂ ਜੁੜਦੇ ਆ, ਜਿਹੜਾ ਬਾਲਾ ਜੀ ਦਾ ਪਹਿਲਾ ਕੋਈ ਪ੍ਰੋਜੈਕਟ ਜਿਹਦੇ ਵਿੱਚ ਐਕਚੁਅਲੀ ਬਾਲਾ ਜੀ ਨੇ ਹਾਇਰ ਤਾਂ ਮੈਨੂੰ ਕੀਤਾ ਸੀ, ਸੋਨੀ ਟੈਲੀਵਿਜ਼ਨ ਤੇ ਸੀਗਾ, ਸ਼ੁਰੂ ਹੋਇਆ ਕਹਾਣੀ ਤੇਰੀ ਮੇਰੀ। ਉਹ ਪਰ ਇੱਕ ਗੱਲ ਸੀ ਕਿ ਇੱਕ ਮੈਂ ਨਵਾਂ ਸੀਗਾ, ਇੱਕ ਕੁਛ ਮੇਰੀ ਪਰਸਨਲ ਲਾਈਫ ਦੇ ਫੇਰ ਕੁਛ ਇਹੋ ਜਿਹਾ ਹੋ ਗਿਆ ਸੀਗਾ ਕਿ ਇੱਕ ਰਿਲੇਸ਼ਨ ਟੁੱਟਾ ਸੀਗਾ ਤੇ ਮੈਂ ਬੜਾ ਗੁੰਮਸੁੰਮ ਜਿਹਾ ਗਵਾਚਿਆ ਸੀਗਾ। ਉਹ ਮੇਰੀ ਗਵਾਚੇ ਹੋਣ ਨੂੰ, ਮੇਰੀ ਚੁੱਪੀ ਨੂੰ ਲੋਕਾਂ ਨੂੰ ਐਨਾ ਸੀ ਸ਼ਾਇਦ ਈਗੋਇਸਟਿਕ ਹੈ। ਕਦੇ ਪੁੱਛਿਆ ਤਾਂ ਕਿਸੇ ਨੇ, ਉਹੀ ਕਹਿੰਦੇ ਹੁੰਦੇ ਨੇ ਕਿ ਕਿਤਾਬ ਨੂੰ ਉਹਦੇ ਇਹ ਤੋਂ ਨਾ ਜੱਜ ਕਰੋ ਨਾ, ਜੈਕਟ ਡੋਨਟ ਜੱਜ ਅ ਬੁੱਕ ਬਾਈ ਇਟਸ ਕਵਰ। ਤੇ ਪਰੇਸ਼ਾਨ ਮੈਂ ਆਪਣੇ ਆਪ ਸੀਗਾ ਤੇ ਮੈਨੂੰ ਵੀ ਕੀ ਪਤਾ ਵੀ ਹੁਣ ਮੇਰੇ ਬਾਰੇ ਕੀ ਸੋਚੀ ਜਾਂਦੇ ਆ। ਜੇ ਸੋਚ ਵੀ ਰਹੇ ਨੇ ਤੇ ਮੈਂ ਉਸ ਵੇਲੇ ਹੋਰ ਇਹਨਾਂ ਚੁੱਪ ਕਰ ਗਿਆ ਸੀਗਾ ਕਿ ਮੈਨੂੰ ਲੱਗਦਾ ਸੀ ਮੈਂ ਬੋਲਾਂ ਵੀ ਕੀ ਕਹਾਂ ਇਹਨਾਂ ਨੂੰ ਮੈਂ। ਤਾਂ ਉਹ ਸੋਚ ਗੱਲ ਨਹੀਂ ਬਣੀ। ਮੈਨੂੰ ਲੱਗਾ ਵੀ ਇੱਥੋਂ ਨਿਕਲ ਜਾ, ਕੰਮ ਛੁੱਟ ਜੂਗਾ। ਪਰ ਮੈਨੂੰ ਉਹਨਾਂ ਨੇ ਦੂਜਾ ਸ਼ੋਅ ਸੀਗਾ ਆਪਣਾ ਕਹੀਂ ਤੋਂ ਮਿਲेंगे, ਉਹ ਇੱਕ ਸਹਾਰਾ ਟੀਵੀ ਹੁੰਦਾ ਸੀ, ਉਹਦੇ ਡਾਇਲੌਗਸ ਮਿਲੇ ਮੈਨੂੰ, ਉਹ ਡਾਇਲੌਗ ਕੰਮ ਚੱਲਿਆ। ਹਾਂਜੀ, ਉਹਦੇ ਮੈਂ ਡਾਇਲੌਗਸ ਲਿਖੇ ਕਾਫੀ। ਉੱਥੇ ਪਹਿਲਾ ਸ਼ੋਅ ਸੀਗਾ, ਤਕਰੀਬਨ ਮੈਨੂੰ ਲੱਗਦਾ 70-80 ਐਪੀਸੋਡ ਲਿਖੇ, ਉਸ ਵੇਲੇ ਵੱਡੀ ਗੱਲ ਸੀ ਮੇਰੀ, ਬਹੁਤ ਵੱਡੀ ਗੱਲ। ਉਸ ਤੋਂ ਬਾਅਦ ਫਿਰ ਕੰਮ ਬੰਦ ਹੋ ਗਿਆ, ਕਿਹੜਾ ਆ ਗਿਆ ਤੇ ਖੜ ਗਏ। ਮਤਲਬ ਮੇਰੀ ਜ਼ਿੰਦਗੀ 'ਚ ਕਾਫੀ ਚੱਲਦਾ ਰਿਹਾ ਵੀ ਆ ਸਵਿਚ ਆਨ ਹੋਇਆ, ਆਫ ਹੋਇਆ, ਆਨ ਹੋਇਆ, ਆਫ ਹੋਇਆ। ਫਿਰ ਥੋੜਾ ਇੱਧਰ ਉੱਧਰ ਫਿਰੇ, ਫਿਰ ਦੀਪਤੀ ਭਟਨਾਗਰ ਪ੍ਰੋਡਕਸ਼ਨ ਦੇ ਵਿੱਚ ਮਿਲਿਆ। ਫਿਰ ਮੈਨੂੰ ਕੰਮ ਆਪਣਾ ਕਭੀ ਆਏ ਨਾ ਜੁਦਾਈ, ਉਹਦੇ ਡਾਇਲੌਗ ਲਿਖੇ। ਉੱਥੋਂ ਫਿਰ ਲੋਕਾਂ ਨੂੰ ਪਸੰਦ ਆਉਣ ਲੱਗ ਪਿਆ। ਇੱਕ ਮੇਰੇ ਨਾਲ ਸਕਰੀਨ ਤੇ ਰਾਈਟਰ ਹੁੰਦੇ ਸੀ ਫਰਹਾਨ, ਉੱਥੇ ਸਾਡੀ ਯਾਰੀ ਪਈ, ਫਰਹਾਨ ਸਲਾਰੂਦੀਨ ਖਾਨ, ਤੇ ਉਹਨੂੰ ਮੇਰਾ ਕੰਮ ਬਹੁਤ ਪਸੰਦ ਆਉਂਦਾ ਸੀਗਾ ਕਿ ਵੀ ਪੰਜਾਬ ਵਾਲਾ ਬੰਦਾ ਜਿਹੜਾ ਵੀ ਹਿੰਦੀ ਉਰਦੂ ਹਾਂ ਲਿਖ ਲੈਂਦਾ। ਤੇ ਉਹਨੂੰ ਬਾਅਦ 'ਚ ਪਤਾ ਲੱਗਿਆ ਵੀ ਇਹ ਫੌਜੀ ਸਕੂਲ 'ਚ ਪੜ੍ਹਿਆ ਤੇ ਮੈਂ ਗੁਰਮੁਖੀ ਲਿਖਣੀ ਬਾਅਦ 'ਚ ਆ ਕੇ ਸਿੱਖੀ ਆ। ਪਹਿਲਾਂ ਮੈਂ ਸੰਸਕ੍ਰਿਤ ਹਿੰਦੀ ਸਕੂਲੇ ਪੜ੍ਹ ਲਈ ਸੀ। ਤੇ ਉਸ ਤੋਂ ਬਾਅਦ ਫਿਰ ਇੱਦਾਂ ਹੌਲੀ ਹੌਲੀ ਕੰਮ ਮਿਲਣ ਲੱਗ ਪਿਆ। ਫਿਰ ਪਹਿਲਾ ਮੇਰਾ ਵੱਡਾ ਹਿੱਟ ਸ਼ੋਅ ਹੋਇਆ ਸੀਗਾ, ਨਹੀਂ ਹਿੱਟ ਸ਼ੋਅ ਦੇ ਵਿੱਚੋਂ ਪਹਿਲਾਂ ਮੈਂ ਆਇਆ ਸੀਗਾ, ਕਨਫਿਊਜ਼ਨ ਹੋ ਰਹੀ ਹੈ, ਨਹੀਂ ਬਨੂ ਮੈਂ ਤੇਰੀ ਦੁਲਹਨ, ਬਨੂ ਮੈਂ ਤੇਰੀ ਦੁਲਹਨ ਬਹੁਤ ਵੱਡਾ ਜ਼ੀ ਟੀਵੀ ਤੇ। ਹਾਂਜੀ, ਉਹ ਸੀਗਾ ਤੇ ਉਹਦੇ ਵਿੱਚ ਏਕਤਾ ਕਪੂਰ ਉਹ ਤੱਕ ਬਾਲਾ ਜੀ ਟੈਲੀਫਿਲਮ ਨੰਬਰ 1 ਰਹੀ ਹੈ ਜੀ। ਬਿਲਕੁਲ ਸਾਰੇ ਸ਼ੋਅ ਜਿੱਥੇ ਟੈਲੀਵਿਜ਼ਨ ਹੁੰਦੇ ਸੀਗੇ
ਬਨੂ ਮੇਰੀ ਕਵੀ ਬਹੂ ਹਾਂਜੀ 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 ਕੱਕੇ ਤੋਂ ਸ਼ੁਰੂ ਹੁੰਦਾ ਸੀ ਨਾ ਸਾਰਾ ਉਹਨਾਂ ਦਾ ਜਿੰਨੇ ਤੇ ਬਨੂ ਮੈਂ ਤੇਰੀ ਦੁਲਹਨ ਨੇ ਪਹਿਲੀ ਵਾਰ ਬਾਲਾਜੀ ਟੈਲੀਫਿਲਮਸ ਨੂੰ ਡਿਸਲੌਂਚ ਕਰਤਾ ਸੀ। TRP ਡਾਊਨ ਕੀਤੀ। ਹਾਂਜੀ ਅਸੀਂ ਨੰਬਰ 1 ਹੋ ਗਏ ਸੀ ਔਰ ਹਿੰਦੁਸਤਾਨ ਟੈਲੀਵਿਜ਼ਨ ਚ ਅਸੀਂ ਨੰਬਰ 1 ਸ਼ੋਅ ਸਾਡਾ ਉਹਦੇ ਮੈਂ 850 ਐਪੀਸੋਡ ਲਿਖੇ ਸੀਗੇ। 850 ਹਾਂਜੀ। ਓਏ ਯਾਰ ਕੀ ਬਾਤ ਹੈ। ਤੇ ਉਦੋਂ ਫਿਰ ਮੈਨੂੰ ਨਾਲ ਕੁਮਕੁਮ ਲਿਖਿਆ। ਕੁਮਕੁਮ ਦਾ ਮੈਂ ਸਕਰੀਨ ਤੇ ਲਿਖਣ ਲੱਗ ਸੀ। ਉਹ ਤਕਰੀਬਨ 100 ਐਪੀਸੋਡ ਮੈਂ ਤੇ ਫਰਾਨ ਨੇ ਰਲ ਕੇ ਲਿਖੇ ਸੀਗੇ। ਬਸ ਫਿਰ ਇਦੋਂ ਬਾਅਦ ਕੰਮ ਸ਼ੁਰੂ ਹੋਇਆ। ਫਿਰ ਮੇਰੇ ਵੱਡੇ ਹਿੱਟ ਸੀਗਾ ਦਿਲ ਮਿਲ ਗਏ, ਇਹ ਕਰਨ ਗਰੋਵਰ ਦੇ ਨਾਲ ਜਿਹੜਾ ਬਹੁਤ ਫੇਮਸ ਹੋਇਆ ਸੀਗਾ। ਉਹਦਾ ਮੈਂ ਪਹਿਲਾਂ ਡਾਇਲੌਗ ਸਕਰੀਨ ਤੇ ਲਿਖਦਾ ਸੀ, ਫਿਰ ਸਕਰੀਨ ਤੇ ਡਾਇਲੌਗ ਵੀ, ਫਿਰ ਵਿੱਚ ਨੂੰ ਇਹ ਸਟੋਰੀ ਸਕਰੀਨ ਤੇ ਡਾਇਲੌਗ ਸਭ ਹੀ ਲਿਖ ਰਿਹਾ ਹਾਂਜੀ। ਤੇ ਉਹ ਮੈਨੂੰ ਲਿਖਣ ਦਾ ਬੜਾ ਸਵਾਦ ਸੀ। ਉਹ ਮੈਨੂੰ ਪਤਾ ਉਦੋਂ ਲੱਗ ਗਿਆ ਕਿ ਆਹ ਮੇਰਾ ਜੌਨਰਾ ਕਿ ਰੋਮ ਕੌਮ ਜਿਹੜਾ ਇਹਦੇ ਵਿੱਚ ਮੈਂ ਕਰਨਾ। ਇੰਨੇ ਚ ਉਹਦੇ ਬਾਅਦ ਗੀਤ ਹੋਈ ਸਭ ਸੇ ਪਰਾਈ ਆਇਆ, ਉਹ ਹੋਰ ਉੱਤੇ ਚਲਾ ਗਿਆ। ਉਦੋਂ ਨੂੰ ਸੀਗਾ ਕਿ ਸੋਹਣਾ ਪਿਆਰ ਮਿਲਣਾ ਪਿਆ। ਹਰੇਕ ਪ੍ਰੋਡਿਊਸਰ ਚਾਹੁੰਦਾ ਸੀਗਾ ਕਿ ਬੈਰੀ ਲਿਖੇ ਮੇਰੇ ਵਾਸਤੇ ਔਰ ਮੈਨੂੰ ਬੜਾ ਵਧੀਆ ਲੱਗਣ ਲੱਗ ਪਿਆ ਕਿ ਜਿੰਨੀ ਗੋਡੇ ਘਸਾਏ ਸੀ ਹੁਣ ਤੱਕ ਵੀ ਅਕਾਲ ਪੁਰਖ ਨੇ ਅਰਦਾਸ ਲੈ ਕੇ ਸੁਣ ਲਈ। ਭਾਜੀ ਬੰਬੇ ਜਦੋਂ ਬੰਦਾ ਹਿੱਟ ਹੋ ਜਾਂਦਾ ਮਤਲਬ ਕਿਸੇ ਵੀ ਜਨਰ ਦੇ ਵਿੱਚ ਚਾਹੇ ਔਨ ਸਕਰੀਨ ਹੈ ਚਾਹੇ ਆਫ ਸਕਰੀਨ ਹੈ ਬਿਹਾਈਂਡ ਦਾ ਕਰਟਨ ਹੈ, ਉਦੋਂ ਕਹਿੰਦੇ ਆ ਮਤਲਬ ਕਹਿੰਦੇ ਨਹੀਂ ਪਤਾ ਹੀ ਆ ਇਹ ਕਹਿੰਦੇ ਕਈ ਵਾਰੀ ਇੱਥੇ ਵੀ ਚੜ੍ਹਦੀ ਆ। ਹਾਂਜੀ ਉਹ ਦੌਰ ਵੀ ਆਇਆ। ਉਹ ਤਾਂ ਹੁੰਦਾ ਮੈਨੂੰ ਐਂ ਲੱਗਦਾ ਹੁੰਦਾ ਨਾ ਆਪਣਾ ਵੀਰ ਕਿ ਆਹ ਜਿਹੜੀ ਦਿਮਾਗ ਨੂੰ ਗੱਲ ਜਿਹੜੀ ਤੁਸੀਂ ਕਹਿੰਦੇ ਚੜ੍ਹਦਾ ਹੁੰਦਾ ਜਾਂ ਤਾਂ ਹੋਵੇ ਕਿ ਤੁਸੀਂ ਨਾ ਤੁੱਕੇ ਨਾਲ ਉਸ ਪ੍ਰੋਫੈਸ਼ਨ 'ਚ ਆ ਗਏ ਹੋਏ ਐਵੇਂ ਮਿਲ ਗਿਆ ਹੋਵੇ ਤੇ ਜਾਂ ਇਹ ਹੋਵੇ ਕਿ ਮਤਲਬ ਤੁਸੀਂ ਐਂ ਜਾਓ ਕਿ ਮੇਰਾ ਸ਼ਕਲ ਸੋਹਣੀ ਹੈ ਤਾਂ ਮੈਂ ਹੀਰੋ ਬਣਨਾ ਜਾਂ ਇੱਦਾਂ ਕਰਕੇ ਕਿਸੇ ਵਹਿਮ ਕਰਕੇ। ਮੈਨੂੰ ਐਕਚੁਅਲੀ ਜ਼ਿੰਦਗੀ 'ਚ ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਸ਼ਰਮਾਕਲ ਹੁੰਦਾ ਸੀ, ਬੋਲਦਾ ਘੱਟ ਸੀ, ਲਿਖਣਾ ਮੈਨੂੰ ਐਕਸਪ੍ਰੈਸ਼ਨ ਮਿਲ ਗਿਆ ਮੇਰਾ। ਮੈਂ ਜੋ ਗੱਲਾਂ ਕਹਿ ਨਹੀਂ ਸਕਦਾ ਸੀ ਮੈਂ ਲਿਖਦਾ ਸੀ। ਮੈਂ ਜੋ ਮੇਰੇ ਦਿਲ ਮੈਂ ਬਹੁਤ ਸੁਪਨੇ ਦੇਖਦਾ। ਦੈਟਸ ਗੁੱਡ ਭਾਜੀ। ਮੈਂ ਨਿਆਣਾ ਹੁੰਦਾ ਸੁਪਨੇ ਦੇਖਦਾ ਕਿਉਂਕਿ ਜਿਵੇਂ ਦੱਸਿਆ ਵੀ ਜਿੱਦਾਂ ਅਨਾਥ ਸੀਗੇ ਤਾਂ ਜਿਵੇਂ ਔਖੇ ਸਮੇਂ ਸੀਗੇ ਤਾਂ ਮੈਂ ਅੱਖਾਂ ਬੰਦ ਕਰਕੇ ਖੁਸ਼ੀ ਦੀਆਂ ਗੱਲਾਂ ਸੋਚਦਾ ਸੀਗਾ। ਮੈਨੂੰ ਇਸ ਕਰਕੇ ਮੈਂ ਜਦੋਂ ਸਿਨੇਮੇ 'ਚ ਹਾਲ ਜਾਂਦਾ ਸੀ ਨਾ ਮੈਨੂੰ ਇੰਨਾ ਵਧੀਆ ਲੱਗਦਾ ਸੀ ਕਿ ਸਾਰੇ ਪਾਸੇ ਹਨੇਰਾ ਉਹ ਮੇਰੀ ਦੁਨੀਆ, ਮੈਂ ਉਸ ਦੁਨੀਆ ਦੇ ਵਿੱਚ ਉਤਰ ਜਾਂਦਾ ਸੀਗਾ। ਮੈਂ ਜਦੋਂ ਐਂ ਕਰਨਾ ਸੀ ਮੈਂ ਜਾਣਬੁੱਝ ਕੇ ਇਦਾਂ ਸਿਨੇਮੇ ਵਾਂਗੂ ਨਾ ਸਕਰੀਨ ਬਣਾ ਲਦਾ ਆਪਣੇ ਅੰਦਰ ਹੀ ਹੈ। ਹਾਂਜੀ ਤੇ ਉਹ ਮੇਰਾ ਸਿਨੇਮਾ ਚੱਲ ਰਿਹਾ ਹੁੰਦਾ ਸੀਗਾ। ਤਾਂ ਹੁਣ ਉਹ ਜਦੋਂ ਮੈਨੂੰ ਐਕਸਪ੍ਰੈਸ਼ਨ ਮਿਲ ਗਿਆ ਜੋ ਮੈਂ ਕਹਿ ਨਹੀਂ ਸਕਦਾ ਸੀਗਾ, ਜਿਵੇਂ ਇਹ ਜਦੋਂ ਜਵਾਨੀ ਹੁੰਦੇ ਸੀ ਕੁੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਮੁੰਡਿਆਂ ਨੂੰ ਹਰੇਕ ਨੂੰ ਮੇਰੇ ਤਾਂ ਫਿਰ ਉਹ ਜੋ ਮੈਂ ਨਾ ਕਹਿ ਸਕਿਆ ਕਿਸੇ ਨੂੰ ਉਹ ਮੈਨੂੰ ਲਿਖਣ ਦਾ ਮੌਕਾ ਮਿਲ ਗਿਆ। ਉਹ ਮੈਂ ਉਹ ਕਿਰਦਾਰ ਉਹ ਆਪਣੀਆਂ ਗੱਲਾਂ ਉਹਨਾਂ ਆਪਣੇ ਆਪ ਨੂੰ ਉਹਦੇ ਢਾਲ ਦਿੱਤਾ ਉੱਦਾਂ ਲਿਖਿਆ। ਉਹ ਹਰੇਕ ਹੀਰੋ ਦੇ ਵਿੱਚ ਮੈਂ ਹੁੰਦਾ ਸੀਗਾ ਤੇ ਉਹ ਤਾਂ ਹੀ ਉਹ ਲੈਣਾ ਲੋਕਾਂ ਨੂੰ। ਮੈਂ ਤਾਂ ਹੀ ਕਹਿੰਦਾ ਹੁੰਦਾ ਇਸ਼ਕ ਲਿਖਣਾ ਲੋਕਾਂ ਨੂੰ ਜੀ ਕਰਦਾ ਹੁੰਦਾ, ਇਸ਼ਕ ਦੀਆਂ ਕਹਾਣੀਆਂ ਬਣਾਉਣਾ। ਜਦ ਤੱਕ ਇਸ਼ਕ ਕਰਦੇ ਨਹੀਂ ਨਾ ਇਸ਼ਕ ਲਿਖ ਨਹੀਂ ਸਕਦੇ। ਜੈਸੇ ਕਰਾਂਗੇ ਨਹੀਂ ਤਾਂ ਉਹ ਤਜਰਬਾ ਕਿੱਦਾਂ ਆਏਗਾ। ਹਾਂਜੀ ਇੱਕ ਬ੍ਰੇਕ ਲੈ ਲਈਏ ਪਿਆਰੇ ਦਰਸ਼ਕੋ। ਬੜੀਆਂ ਖੂਬਸੂਰਤ ਤੇ ਪਿਆਰੀਆਂ ਜਿਹੀਆਂ ਗੱਲਾਂ ਚੱਲ ਰਹੀਆਂ ਨੇ। ਇਹਨਾਂ ਗੱਲਾਂ ਤੋਂ ਬਾਅਦ ਮੈਂ ਕੁਝ ਟੈਕਨੀਕਲ ਚੀਜ਼ਾਂ ਦੇ ਵਿੱਚ ਵਧਾਂਗੇ ਕਿਉਂਕਿ ਅਸੀਂ ਹਮੇਸ਼ਾ ਚਾਹੁੰਦੇ ਹੁੰਦੇ ਕਿ ਸਾਡਾ ਪਰਿਵਾਰ ਵੱਡਾ ਹੋਵੇ। ਮੈਂ ਵੀ ਚਾਹੁੰਦਾ ਕਿ ਸਾਡਾ ਥੀਏਟਰ ਦਾ ਪਰਿਵਾਰ, ਸਾਡਾ ਲੇਖਕਾਂ ਦਾ ਪਰਿਵਾਰ, ਸਾਡਾ ਪੇਸ਼ਕਾਰੀ ਵਾਲਾ ਜਿਹੜਾ ਮੈਂ ਮਤਲਬ ਐਂਕਰ ਨਾ ਕਹਿ ਦਿੰਦੇ ਹਾਂ, ਸਾਡਾ ਜਿਹੜਾ ਪਰਿਵਾਰ ਹੈ ਇਹ ਪਰਿਵਾਰ ਜਿੰਨਾ ਵੱਡਾ ਹੋਊਗਾ ਉਨੇ ਅਸੀਂ ਸੁਖੀ ਰਹਾਂਗੇ। ਤੇ ਵੱਡੇ ਪਰਿਵਾਰ ਵੱਡਾ ਤਾਂ ਹੋਏਗਾ ਜੇ ਟੈਲੈਂਟਡ ਲੋਕ ਆਉਣਗੇ, ਸਿੱਖੇ ਲੋਕ ਆਉਣਗੇ ਜਾਂ ਜਿਹੜੇ ਨਵੇਂ ਆਉਣਗੇ ਉਹਨਾਂ ਨੇ ਸਿੱਖਣਾ ਕਿਵੇਂ ਆ। ਹਰ ਵਿਧਾ ਦੇ ਵਿੱਚ ਜਦੋਂ ਤੁਸੀਂ ਆਓ ਤਾਂ ਇਹ ਲੱਗਦਾ ਹੁੰਦਾ ਕਿ ਤਜਰਬਿਆਂ ਦੇ ਨਾਲ ਤਾਂ ਬੰਦਾ ਸਿੱਖਦਾ ਹੀ ਹੈ, ਸਮੇਂ ਦੇ ਨਾਲ ਤਜਰਬੇ ਹੁੰਦੇ ਆ, ਪਰ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਚਿੰਤਾ ਔਰ ਚਿੰਤਨ ਕਰਨਾ ਬਹੁਤ ਜ਼ਰੂਰੀ ਹੁੰਦਾ। ਬ੍ਰੇਕ ਦੇ ਪਾਰ ਉਹ ਥੋੜ੍ਹੀ ਜਿਹੀ ਚਿੰਤਾ ਤੇ ਚਿੰਤਨ ਵਾਲੀਆਂ ਗੱਲਾਂ ਵੀ ਕਰਾਂਗੇ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਸਹਿਤ ਦੀ ਤੰਦ ਬਾਈ ਬੈਰੀ ਢਿੱਲੋਂ ਹੋਰਾਂ ਨਾਲ ਪਾਈ ਹੋਈ ਹੈ। ਉਹ ਜਿਵੇਂ ਕਹਿੰਦੇ ਆ ਨਾ ਜਿਹੜੇ ਸਾਡੇ ਰਾਗੀ ਸਿੰਘ ਉਹਨਾਂ ਦੇ ਨਾਂ ਦੇ ਪਿੱਛੇ ਹੈ ਨਾ ਸ਼੍ਰੀਨਗਰ ਵਾਲੇ, ਗੰਗਾ ਨਗਰ ਵਾਲੇ, ਹੁਣ ਬੈਰੀ ਭਾਜੀ ਦਾ ਕਰ ਦਿੰਦੇ ਆ ਬੈਰੀ ਭਾਜੀ USA ਵਾਲੇ, ਹੁਣ ਪੰਜਾਬ ਆ ਗਏ ਕਿਉਂਕਿ ਬੈਰੀ ਭਾਜੀ 10 ਸਾਲ ਤੋਂ USA ਨੇ ਹੈ ਨਾ। ਪਹਿਲਾਂ ਬੰਬੇ ਵਾਲੇ ਬੈਰੀ ਭਾਜੀ ਕਹਿੰਦੇ ਹੁੰਦੇ ਸੀ। ਭਾਜੀ ਖਾਸ ਪ੍ਰੋਜੈਕਟ ਦੇ ਲਈ ਆਏ ਹੋ ਤੁਸੀਂ ਇੰਡੀਆ ਇਸ ਵਕਤ ਨਾ 6-7 ਸਾਲ ਬਾਅਦ ਆਏ ਹੋ। ਕੀ ਪ੍ਰੋਜੈਕਟ ਹੈ ਤੇ ਕੀ ਡਰੀਮ ਹੈ? ਉਹ ਪੰਜਾਬੀ ਫਿਲਮ ਨੂੰ ਡਾਇਰੈਕਟ ਕਰਨ ਦੇ ਲਈ ਤੁਸੀਂ ਆਏ ਹੋ ਤੇ ਉਹ ਤੁਸੀਂ ਆਪਣੇ ਆਪ ਉਹਦੀਆਂ ਸਾਰੀਆਂ ਚੀਜ਼ਾਂ ਪਰਤਣਾ। ਉਹ ਗੱਲ ਹੈ ਕਿ ਵੀਰ ਕਿ ਜਿਹੜਾ ਕ੍ਰੀਏਟਿਵ ਫੀਲਡ ਜਿੱਦਾਂ ਤੁਹਾਡਾ ਬੈਂਟ ਆਫ ਮਾਈਂਡ ਹੁੰਦਾ ਉੱਥੋਂ ਅਲੱਗ ਤਾਂ ਹੋਇਆ ਨਹੀਂ ਜਾ ਸਕਦਾ। ਜੀ ਜੀ ਮੇਰੀ ਪਰਸਨਲ ਜ਼ਿੰਦਗੀ 'ਚ ਕੁਛ ਇਹੋ ਜਿਹੀ ਘਟਨਾ ਹੋਈ ਜਿਹਦੇ ਕਰਕੇ ਮੈਂ ਇੱਥੋਂ ਚਲਾ ਗਿਆ ਸੀਗਾ ਤੇ ਮਜਬੂਰੀ ਸੀ ਥੋੜ੍ਹੀ ਜਿਹੀ ਹੈ ਨਾ। ਤੇ ਪਰ ਉਹੀ ਸੀਗਾ ਕਿ ਧੁੜਕੂੰ 'ਚ ਲੱਗਿਆ ਕਦੋਂ ਵਾਪਸ ਮੁੜੂ, ਕਦੋਂ ਕਰਨਾ। ਤੇ ਇਹਨੇ ਵਿੱਚ ਨੂੰ ਇੱਕ ਫਿਲਮ ਲਿਖੀ ਸੀ ਪੰਜਾਬੀ, ਮਤਲਬ ਲਿਖੀ ਐਕਚੁਅਲੀ ਗਿਆ ਤਾਂ ਮੈਂ ਸਿਰਫ ਮਦਦ ਕਰਨੀ ਸੀ। ਉਹ ਮੁੜ ਕੇ ਹੋਇਆ ਕਿ ਉਹ ਦੁਬਾਰਾ ਲਿਖ ਲਈ, ਤਕਰੀਬਨ ਲਿਖਤੀ ਮੈਂ ਮਿੱਟੀ ਨਾ ਫਰੋਲ ਜਿਹਦੇ ਕਰਕੇ ਮੈਂ ਨੋਮੀਨੇਟ ਹੋਇਆ ਸੀ ਬੈਸਟ ਰਾਈਟਰ PTC ਅਵਾਰਡ ਦੇ ਵਿੱਚ। ਹਾਂਜੀ
ਤੇ ਉਸ ਤੋਂ ਬਾਅਦ ਲੱਗਾ ਕਿ ਵਧਾਈਆਂ ਤੁਹਾਨੂੰ ਉਹਦੇ ਲਈ ਵੀ ਬਹੁਤ ਪੁਰਾਣੀ ਗੱਲ ਹੋ ਗਈ, ਚਾਹੇ ਗੱਲ ਪੁਰਾਣੀ ਹੋ ਗਈ ਭਾਜੀ, ਵਧਾਈਆਂ ਤਾਂ ਨਹੀਂ ਪੁਰਾਣੀਆਂ ਹੁੰਦੀਆਂ। ਅਵਤਾਰ ਹੋਰਾਂ ਦੀ ਫਿਲਮ ਹਾਂਜੀ ਲੱਖੇ ਨੇ ਕੰਮ ਕੀਤਾ ਸੀ ਉਹ 'ਚ ਜੀ। ਤੇ ਉਸ ਤੋਂ ਬਾਅਦ ਆਪਣਾ ਫਿਰ ਮੈਂ ਸਕ੍ਰਿਪਟਾਂ ਤੇ ਕੰਮ ਕਰਨਾ ਸ਼ੁਰੂ ਕਰ ਚੁੱਕਿਆ ਸੀ, ਪਹਿਲਾਂ ਵੀ ਕਰ ਰਿਹਾ ਸੀਗਾ। ਤੇ ਇੰਨੇ ਦੇ ਵਿੱਚ ਮੈਂ ਪਹਿਲਾਂ 3 ਸਾਲ 3.5 ਸਾਲ ਪਹਿਲਾਂ ਆਪਣਾ ਇੱਕ ਸਕ੍ਰਿਪਟ ਸੀ ਉਹ ਪਿਚ ਕਰ ਰਿਹਾ ਸੀ ਨੈਟਫਲਿਕਸ ਨੂੰ ਵੀ ਜੀ, OTT। ਹਾਂਜੀ। ਤੇ ਉਧਰ ਗੱਲਬਾਤ ਚੱਲਦੀ ਰਹੀ ਸੀ। ਇਹਨੇ 'ਚ ਇਹ ਪੰਕਜ ਬੱਤਰਾ ਹੈਗਾ, ਛੋਟਾ ਵੀਰ ਆਪਣਾ, ਇੱਥੇ ਪੰਜਾਬੀ ਸਿਨੇਮਾ 'ਚ ਵੱਡਾ ਡਾਇਰੈਕਟਰ ਵੱਡਾ ਹੈ। ਨਾਮ। ਹਾਂ, ਉਹਨਾਂ ਨੇ ਵੀ ਉਹਨੂੰ ਸੁਣਾਈ ਸੀ ਮੈਂ ਕਹਾਣੀ, ਤੇ ਉਹਨਾਂ ਨੂੰ ਲੱਗਾ ਵੀ ਹਾਂ ਇਹ ਫਿਲਮ ਪਸੰਦ ਆਈ। ਤੇ ਉਸ ਤੋਂ ਬਾਅਦ ਉਹ ਗੱਲਾਂ ਬਾਤਾਂ ਚੱਲਣ ਲੱਗ ਪਈਆਂ, ਉਹ ਇਹ ਹੋਇਆ ਬਣਦੀ ਹੈ ਖੜਦੀ ਹੈ, ਇਦਾਂ ਹੁੰਦੇ ਹੁਣ ਉਹ ਲੱਗ ਰਿਹਾ ਕਿ ਉਸ ਰੇ ਚੜ ਰਹੀ ਹੈ ਗੱਲ। ਤੇ ਬਸ ਉਸੇ ਕੋਸ਼ਿਸ਼ ਦੇ ਵਾਸਤੇ ਆਇਆ। ਅਨਾਉਂਸ ਕਦੋਂ ਕਰਨੀ ਹੈ ਜੀ ਉਹ, ਮਤਲਬ ਆਫੀਸ਼ੀਅਲੀ ਕਦੋਂ ਅਨਾਉਂਸ ਕਰਨੀ ਹੈ ਉਹ ਫਿਲਮ? ਉਹ ਮੈਨੂੰ ਲੱਗਦਾ ਹਾਲੇ ਥੋੜੀ ਬਹੁਤ ਜ਼ਿਆਦਾ ਟਾਈਮ ਨਹੀਂ ਹੈ, ਮਤਲਬ ਉਹ ਗੱਲਾਂ ਸ਼ੁਰੂ ਹੋਈਆਂ ਵੀ ਹੈ। ਤੇ 30-35 ਦਿਨ ਜਾਂ ਮਹੀਨਾ 2 ਮਹੀਨੇ ਦੇ ਵਿੱਚ। ਹਾਂ, ਮਤਲਬ ਵੀ ਮੈਂ ਜਾਣਬੁੱਝ ਕੇ ਟਾਈਮ ਨਹੀਂ ਕਹਿ ਰਿਹਾ ਕਿ ਮੈਨੂੰ ਕਿਉਂਕਿ ਆਪਣੇ ਕਹਿੰਦੇ ਨਾ ਫਿਲਮ ਇੰਡਸਟਰੀ 'ਚ ਕਿ ਜਦ ਤੱਕ ਬਿਲਕੁਲ ਐਕਸ਼ਨ ਰੋਲ ਐਕਸ਼ਨ ਕਹਿ ਨਾ ਬੱਚਾ ਵੈਸੇ ਉੱਤੇ ਜਾ ਕੇ ਤੁਹਾਨੂੰ ਕੋਈ ਬਹੁਤੀ ਫੜ ਨਹੀਂ ਮਾਰਨੀ। ਹਾਂ, ਉਦੋਂ ਤੱਕ ਕਹੋ ਨਾ ਕਿ ਸ਼ੁਰੂ ਹੋ ਗਈ। ਬਿਲਕੁਲ। ਤੇ ਬੈਰੀ ਭਾਜੀ, ਮੈਂ ਉਹ ਜਿਹੜਾ ਪਰਿਵਾਰ ਵਾਲੀ ਗੱਲ ਕੀਤੀ ਸੀ, ਨਵੇਂ ਮੁੰਡੇ ਬਹੁਤ ਆ ਰਹੇ ਆ, ਲਿਖਣ ਵੱਲ ਵੀ ਆ ਰਹੇ ਆ, ਐਕਟਿੰਗ ਵੱਲ ਵੀ ਆ ਰਹੇ ਆ। ਕਈ ਇੱਥੋਂ ਸਿੱਧੇ ਹੀ ਪਹੁੰਚ ਜਾਂਦੇ ਆ ਗੱਡੀ ਫੜ ਕੇ, ਨਾ ਸਿੱਖਦੇ ਹੈ ਨਹੀਂ ਹੈ ਜੀ। ਚਾਹੇ ਐਮਏ ਕਰ ਲੈਂਦੇ ਆ, ਪਰ ਕਈ ਵਾਰੀ ਉਹ ਐਮਏ ਦੇ ਵਿੱਚ ਵੀ ਆਪਣੇ ਆਪ ਨੂੰ ਉਹਨਾਂ ਸ਼ਾਰਪ ਜਾਂ ਆਪਣੇ ਆਪ ਨੂੰ ਉਹਨਾਂ ਸੂਖਮ ਨਹੀਂ ਕਰ ਪਾਉਂਦੇ ਜਾਂ ਇੰਨਾ ਤਿੱਖਾ ਨਹੀਂ ਕਰ ਪਾਉਂਦੇ। ਉਹਨਾਂ ਬੱਚਿਆਂ ਨੂੰ ਕੀ ਕਹਿਣਾ ਜਿਹੜੇ ਰੋਜ਼ ਟ੍ਰੇਨਾਂ ਫੜ ਕੇ ਬੰਬੇ ਪਹੁੰਚਦੇ ਆ, ਤੇ ਫਿਰ ਉੱਥੇ ਫਰਸਟ੍ਰੇਸ਼ਨ ਦਾ ਦੌਰ ਵੀ ਸ਼ੁਰੂ ਹੁੰਦਾ, ਕੰਮ ਮਿਲਦਾ ਨਹੀਂ ਹੈ ਜਾਂ ਕੰਮ ਆਉਂਦਾ ਨਹੀਂ ਹੁੰਦਾ? ਸਭ ਤੋਂ ਪਹਿਲਾਂ ਹੈ ਆਪਣੇ ਆਪ ਨਾਲ ਇਮਾਨਦਾਰ ਹੋਣਾ, ਸੱਚ ਆਪਣੇ ਆਪ ਨੂੰ ਦੱਸਣਾ, ਆਪਣੇ ਆਪ ਨੂੰ ਝੂਠ ਨਾ ਬੋਲੋ ਕਦੇ। ਕਿਸੇ ਹੋਰ ਦੇ ਕੋਈ ਗੱਲ ਤੋਂ ਵੱਲ ਦੇਖਣ ਤੋਂ ਬਜਾਏ ਜਾਂ ਕੁਝ ਵੀ ਅੱਗੇ ਜਾਣ ਦੀ ਬਜਾਏ ਪਹਿਲਾਂ ਆਪਣੇ ਆਪ ਨੂੰ ਐਨਾਲਾਈਜ਼ ਕਰੋ ਕਿ ਦੇਸੀ ਪੰਜਾਬੀ 'ਚ ਆਪਣੀ ਔਕਾਤ ਆਪਾਂ ਪਹਿਲਾਂ ਆਪ ਤੋੜ ਲਓ ਵੀ ਮੈਂ ਕਿੱਥੇ ਖੜਾ। ਆਪਣੇ ਆਪ ਨੂੰ ਝੂਠਾ ਸੁਪਨਾ ਨਾ ਦਿਓ। ਫਿਰ ਬਾਕੀ ਜੋ ਕੰਮ ਕਰਨਾ ਮਿਹਨਤ ਕਰੋ ਯਾਰ, ਮਿਹਨਤ ਕਰੋ। ਹੁਣ ਮੈंने ਇੱਕ ਤੁਸੀਂ ਵਧੀਆ ਗੱਲ ਸਵਾਲ ਪੁੱਛੀ, ਜਿਵੇਂ ਹੁਣ ਪੰਜਾਬੀ ਸਿਨੇਮਾ ਇੰਨਾ ਬਣ ਰਿਹਾ, ਇੱਥੇ ਆ ਰਿਹਾ। ਹਾਂ ਬਿਲਕੁਲ, ਕਿੰਨੀਆਂ ਫਲॉप ਫਿਲਮਾਂ ਆ ਰਹੀਆਂ ਉਹਦੇ ਵਿੱਚ, ਹੈਨਾ। ਤੇ ਉਹ ਰਾਈਟਿੰਗ ਦੇ ਤੁਸੀਂ ਦੇਖੋ ਜਿਹੜਾ ਸਟੈਂਡਰਡ ਆ, ਤੁਹਾਨੂੰ ਬੜਾ ਕਈ ਵਾਰ ਨਾ ਐਂ ਜੇ ਦੇਖਦੇ ਵੀ ਇੰਨੇ ਬਜਟ, ਐਡੇ ਵੱਡੇ ਬਜਟ ਵੇਸਟ ਕਰ ਦਿੱਤੇ ਗਏ ਕਿ ਵਾਟ ਇਜ਼ ਸਿਨੇਮਾ ਐਕਚੁਅਲੀ। ਸਿਨੇਮਾ ਹੈ ਕੀ ਆ? ਸਿਨੇਮਾ ਕਹਾਣੀ ਹੈ ਨਾ, ਕਹਾਣੀ ਸੁਣਾਉਣਾ, ਸਟੋਰੀ ਟੈਲਿੰਗ ਜੀ। ਤੇ ਬੇਸਿਕਲੀ ਤਾਂ ਕੰਟੈਂਟ ਹੈ। ਉਹ ਤੁਸੀਂ ਜਿੰਨਾ ਵੱਡਾ ਸਟਾਰ ਲੈ ਲਓ, ਉਹਨੂੰ ਜਿੰਨੇ 5-7-10 ਕਰੋੜ ਜੋ ਮਰਜ਼ੀ ਦੇ ਲਓ, ਜੇ ਆ ਕੰਟੈਂਟ ਉੱਥੇ ਨਹੀਂ ਹੈਗਾ, ਦਮ ਨਹੀਂ ਹੈਗਾ, ਕੁਝ ਨਹੀਂ ਬਣਨਾ। ਇਟ ਮੀਨਸ ਕਿ ਇਹ ਵੀ ਇੱਕ ਭਰਮ ਹੀ ਹੈ। ਸੌਰੀ, ਮੈਂ ਤੁਹਾਨੂੰ ਟੋਕਣਾ ਨਹੀਂ ਚਾਹੀਦਾ ਸੀ ਮੈਨੂੰ, ਪਰ ਹੁਣ ਟੋਕਤਾ। ਇਟ ਮੀਨਸ ਕਿ ਇਹ ਵੀ ਇੱਕ ਭਰਮ ਹੀ ਹੈ ਕਿ ਵੱਡੇ ਸਟਾਰ ਦੇ ਨਾਲ ਚੀਜ਼ਾਂ ਹਿੱਟ ਹੁੰਦੀਆਂ ਨੇ। ਤੁਹਾਡੀ ਗੱਲ ਤੋਂ ਤਾਂ ਫਿਰ ਮੈਨੂੰ ਉਹ ਗੱਲ ਸਹੀ ਲੱਗ ਰਹੀ ਹੈ ਨਾ ਕਿ ਜਦ ਤੱਕ ਤੁਹਾਡਾ ਬੇਸ ਮੂਲ ਆਧਾਰ ਹੈ ਨਾ, ਉਹ ਜਾਂ ਕੰਟੈਂਟ ਜਿਹਨੂੰ ਆਪਾਂ ਕਹਿੰਦੇ, ਜੇ ਉਹ ਮਜ਼ਬੂਤ ਨਹੀਂ ਹੈ ਤਾਂ ਫਿਰ ਚਾਹੇ ਫੂਡ ਕਮੇਡੀ ਕਰਕੇ ਵੀ ਹਿੱਟ ਹੋ ਜਾਓ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਦੇਖੋ ਚੱਕਰ ਇਹ ਹੈ ਕਿ ਉਹ ਫਿਰ ਆਪਾਂ ਉੱਥੇ ਆ ਜੰਨੇ ਆ ਕਿ ਉਹੀ ਗੱਲ ਕਿ ਸਿਨੇਮਾ ਇਜ਼ ਸਟੋਰੀ ਟੈਲਿੰਗ। ਬੇਸਿਕਲੀ ਉਹ ਟੈਕਨੀਕਸ ਵਗੈਰਾ ਆਉਣਗੀਆਂ, ਸਾਰਾ ਕੁਝ ਸਟਾਰ ਐਕਚੁਅਲੀ ਬੇਸਿਕਲੀ ਉਹ ਇੱਕ ਗੱਲ ਆਪਾਂ ਇਦਾਂ ਮੰਨ ਲੈਂਦੇ ਆ, ਕਿਉਂਕਿ ਹੁਣ ਕਾਸਟ ਆਫ ਸਿਨੇਮਾ ਬੜੀ ਪ੍ਰੋਡਕਸ਼ਨ ਇੰਨੀ ਮਹਿੰਗੀ ਹੋ ਚੁੱਕੀ ਹੈ। ਸਟਾਰ ਆਪਾਂ ਤਾਂ ਲੈਂਦੇ ਆ ਕਿ ਆਮ ਲੋਕ ਨਹੀਂ ਸਮਝਦੇ ਹੁੰਦੇ ਕਈ ਵਾਰ ਗੱਲਾਂ ਨੂੰ ਕਿ ਅਸੀਂ ਵੇਖਣ ਕਿਉਂ ਜਾ ਰਹੇ ਹਾਂ, ਪਰ ਬੇਸਿਕਲੀ ਤਾਂ ਕਹਾਣੀ ਦੇਖਣ ਜਾ ਰਹੇ ਨੇ। ਇਹ ਉਹਨਾਂ ਨੂੰ ਪਤਾ ਨਹੀਂ, ਇਹ ਦੱਸਣਾ ਪਊ, ਇਹਨਾਂ ਨੂੰ ਪਤਾ ਨਹੀਂ ਹੈ। ਤਾਂ ਆਪਾਂ ਸਟਾਰ ਤਾਂ ਲੈਂਦੇ ਕਿ ਸ਼ੁੱਕਰਵਾਰ ਨੂੰ ਫਿਲਮ ਆ ਜਾਣ, ਠੀਕ ਹੈ ਨਾ। ਤੇ ਸ਼ਨੀਵਾਰ ਨੂੰ ਤਾਂ ਫਿਲਮ ਰਾਈਟਰ ਡਾਇਰੈਕਟਰ ਦੀ ਹੈ, ਸਿਰਫ ਸ਼ੁੱਕਰਵਾਰ। ਤੇ ਜਿਹੜਾ ਸਟਾਰ ਕਹਿੰਦਾ ਮੈਨੂੰ 5 ਕਰੋੜ ਦੇ ਦਿਓ, ਮੰਗਦਾ ਵੀਰ 5 ਕਰੋੜ ਦੀ ਓਪਨਿੰਗ ਤੋਂ ਲਵਾ ਦੇ ਫਰਾਈਡੇ ਦੀ ਤੇਰਾ, ਕਿਉਂਕਿ ਅਗਲੇ ਦਿਨ ਫਿਲਮ ਮੇਰੀ ਆ। ਪਰ ਉਹ ਐਕਚੁਅਲੀ ਇਕਨੋਮਿਕ ਸਮਝ ਨਹੀਂ ਰਹੇ, ਇਸੇ ਕਰਕੇ ਇੰਨੀਆਂ ਫਿਲਮਾਂ ਫਲॉप ਹੋ ਰਹੀਆਂ ਨੇ। ਇਹ ਸਮਝਣਾ ਚਾਹੀਦਾ, ਲੈਸਨ ਸਿੱਖਣਾ ਚਾਹੀਦਾ। ਮਰਾਠੀ ਸਿਨੇਮਾ ਜਿਵੇਂ ਉਹ ਜਿਹੜਾ ਰੀਜਨਲ ਸਿਨੇਮਾ ਹੈਗਾ, ਤੇ ਕਿੰਨਾ ਸੋਹਣਾ ਸਿਨੇਮਾ ਬਣਾਉਂਦੇ ਨੇ। ਸਾਊਥ ਦਾ ਸਾਰਾ ਹੀ ਦੇਖ ਲਓ। ਨਹੀਂ, ਸਾਊਥ ਦੇ ਬਜਟ ਬਹੁਤ ਵੱਡੇ ਨੇ। ਮੈਂ ਛੋਟੇ ਬਜਟ ਵਾਲੇ ਸਿਨੇਮੇ ਦੀ ਗੱਲ ਕਰ ਰਿਹਾ ਕਿ ਜਿਵੇਂ ਤੁਸੀਂ ਸੈਰਾਟ ਦੇਖੋ, ਕਰੋੜ ਦੀ ਫਿਲਮ 100 ਕਰੋੜ ਬਣਦੀ ਆ। ਜਾਂ ਉੱਥੇ ਤੁਸੀਂ ਫਾਂਡਰੀ ਦੇਖ ਲਓ, ਫਾਂਡਰੀ ਫਿਲਮ ਹੈ। ਤੇ ਮੈਨੂੰ ਨਹੀਂ ਲੱਗਦਾ, ਪਤਾ ਨਹੀਂ ਸੀ ਕਦੋਂ ਜਾ ਕੇ ਪੰਜਾਬੀ 'ਚ ਇਹੋ ਜਿਹਾ ਸਿਨੇਮਾ ਬਣਾਵਾਂਗੇ, ਮੀਨਿੰਗਫੁਲ ਸਿਨੇਮਾ ਜਿਹੜਾ ਸਮਾਜ ਨੂੰ ਸੇਧ ਦਿੰਦਾ। ਮੈਂ ਕਹਿੰਦਾ ਉਹ ਵੀ ਕਹਿਣਾ ਚਲੋ ਆਪਾਂ ਐਂਟਰਟੇਨਮੈਂਟ ਤੇ ਹੀ ਆ ਜਾਈਏ, ਪਰ ਇਹਦੀ ਇਕਨੋਮਿਕਸ ਨੂੰ ਸਮਝੋ। ਐਵੇਂ ਨਾ ਪੈਸੇ ਵਧਾ ਕੇ ਮੰਗ ਕੇ ਪ੍ਰੋਡਿਊਸਰਾਂ ਦੇ ਐਵੇਂ ਭੋਜ ਨਾ ਪਾਓ, ਜੇ ਭੱਜ ਜਾਂਦੇ ਆ ਉਹ। ਐਟ ਦਾ ਐਂਡ ਆਫ ਦਾ ਡੇ ਦਿਸ ਇਜ਼ ਅ ਬਿਜ਼ਨਸ। ਜਿਹੜੇ ਵੀਰ ਨੇ 100 ਰੁਪਏ ਲਾਏ ਨੇ, ਉਹਨੇ ਇਸ ਉਮੀਦ ਚ ਲਾਏ ਨੇ ਕਿ 100 ਮੁੜਨਗੇ। ਉਹਨੇ 80 ਨਹੀਂ ਕਮਾਉਣੇ, 100 ਲਾ ਕੇ ਕੋਈ ਮੂਰਖ ਹੋਊਗਾ ਨਾ। ਘਾਟਾ ਕਿਉਂ ਖਾਊਗਾ? ਤੇ ਤੁਸੀਂ ਘੱਟੋ ਘੱਟ ਐਂ ਕਰੋ ਕਿ ਇਹ ਬੇਸਿਕਲੀ ਹੈ ਕਿ ਇਹ ਬਿਜ਼ਨਸ ਵੀ ਮਤਲਬ ਆਰਟ ਤਾਂ ਹੈ ਹੀ ਹੈ, ਪਰ ਨਾਲ ਇਹ ਵੀ ਸੋਚੋ ਕਿ ਇਹ ਤਾਂ ਹੀ ਬਣ ਸਕਦਾ ਕਿ ਜੋ ਕੋਈ ਪੈਸੇ ਵਿੱਚ ਪਾਊਗਾ ਇਹਦੇ। ਤੇ ਪੈਸੇ ਤਾਂ ਪਾਊਗਾ ਜੇ ਇਦਾਂ ਹੀ ਫਲॉप ਹੁੰਦੀ ਨੇ ਫਿਲਮਾਂ। ਤੁਸੀਂ ਚੰਗੇ ਪ੍ਰੋਡਿਊਸਰ ਜਿਹੜੇ ਸੱਚੀ ਵਧੀਆ ਕੰਮ ਕਰਨਾ ਚਾਹੁੰਦੇ ਆ, ਉਹ ਛੱਡ ਕੇ ਚਲੇ ਜਾਣਗੇ। ਜਾ ਵੀ ਰਹੇ ਨੇ ਮੇਰੇ ਖਿਆਲ 'ਚ। ਇਹਨਾਂ ਦੀਆਂ
ਭਾਜੀ ਕਿਦਾਂ ਦਾ ਮਤਲਬ ਲਾਸਟ ਸਵਾਲ ਵੱਲ ਵੱਧਦੇ ਆਪਾਂ। ਹਾਂਜੀ ਹਾਂਜੀ ਇੱਕ ਤਾਂ ਤੁਸੀਂ ਪਹਿਲਾਂ ਕਹਿਤਾ ਕਿ ਆਪਣੀ ਪਰ ਤੋਲ ਕੇ ਆਓ ਭਾਈ, ਆਪਣੀ ਔਕਾਤ ਪਹਿਲਾਂ ਆਪਣੇ ਆਪ ਨੂੰ ਪਛਾਣ ਕੇ ਆਓ, ਇੱਕ ਗੱਲ। ਇੱਕ ਕੋਈ ਮੈਨੂੰ ਤੁਹਾਡੀ ਇੱਕ ਗੱਲ ਦੇ ਵਿੱਚ ਬੜੀ ਸੋਹਣੀ ਗੱਲ ਲੱਗੀ, ਆ ਜਿਹੜੀ ਹੁਣੇ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਬੇਸਿਕਲੀ ਇੱਕ ਬਿਜ਼ਨਸ ਹੈ ਜੀ, ਪਰ ਫਿਰ ਵੀ ਇਫ ਯੂ ਵਾਂਟ ਟੂ ਡੂ ਸਮਥਿੰਗ ਫॉर ਸੋਸਾਇਟੀ, ਫॉर द ਬੈਟਰਮੈਂਟ ਆਫ ਸੋਸਾਇਟੀ, ਕਿੱਦਾਂ ਦਾ ਕੰਟੈਂਟ ਆਉਣਾ ਚਾਹੀਦਾ ਸਾਡੇ ਕੋਲੇ ਹੁਣ ਇਸ ਵਕਤ ਪੰਜਾਬੀ ਦੇ ਵਿੱਚ? ਕਿਉਂਕਿ ਪੰਜਾਬੀ ਦੇ ਵਿੱਚ ਹੁਣ ਲੋਕਾਂ ਕੋਲੇ ਪੈਸਾ ਵੀ ਹੈਗਾ, ਮੰਨ ਲਓ ਹਾਂ ਪ੍ਰੋਡਿਊਸਰ ਪੈਸਾ ਲਾਉਣ ਨੂੰ ਤਿਆਰ ਬੈਠੇ ਆ, ਪਰ ਇਮਾਨਦਾਰੀ ਨਾਲ ਉਹਨਾਂ ਨੂੰ ਆਊਟਪੁੱਟ ਦੇਣ ਵਾਸਤੇ ਸਾਨੂੰ ਕਿੱਦਾਂ ਦਾ ਕੰਟੈਂਟ ਲਿਆਉਣਾ ਪਊਗਾ ਜਿਹੜਾ ਬਿਜ਼ਨਸ ਪਰਪਸ ਤੋਂ ਵੀ ਸਫਲ ਹੋਵੇ ਤੇ ਜਿਹੜਾ ਕੰਟੈਂਟ ਬੇਸਡ ਵੀ ਹੋਵੇ? ਬੇਸਿਕਲੀ ਵੀਰ ਹੁਣ ਤੱਕ ਤਾਂ ਚੱਕਰ ਇਹ ਕਿ ਜੋ ਬਾਏ ਚਾਂਸ ਹੈ ਕਿ ਪੰਜਾਬੀ ਸਿਨੇਮਾ ਸ਼ੁਰੂ ਹੋਇਆ, ਲੋਕੀ ਸਿਨੇਮੇ 'ਚ ਆਉਣ ਲੱਗ ਪਏ, ਤਾਂ ਪਹਿਲਾਂ ਤਾਂ ਚੁਟਕਲੀਆਂ ਵਾਲੀਆਂ ਫਿਲਮਾਂ ਹਿੱਟ ਹੋ ਗਈਆਂ, ਆਡੀਅנס ਸਿਆਣਾ ਹੋ ਜਾਂਦਾ ਨਾ, ਉਹ ਵੀ ਗਰੋ ਕਰਦੇ ਨੇ ਹੌਲੀ ਹੌਲੀ। ਹੁਣ ਉਹ ਬਾਰ-ਬਾਰ ਉਹੀ ਚੁਟਕਲੇ ਦੇਖ ਕੇ ਬੋਰ ਹੋ ਰਹੇ ਨੇ, ਉਹੀ ਕਿਰਦਾਰ ਦੇਖ ਕੇ। ਤਾਂ ਉਹ ਇਸ ਕਰਕੇ ਹੋ ਰਿਹਾ ਕਿ ਜਿਹੜੇ ਲੋਕ ਉਹ ਲਿਖ ਰਹੇ ਨੇ, ਜਿਹੜੇ ਲੋਕ ਉਹ ਡਾਇਰੈਕਟ ਕਰ ਰਹੇ ਨੇ ਫਿਲਮਾਂ, ਹਾਲੀ ਵੀ ਸਿੱਖਣਾ ਨਹੀਂ ਚਾਹੁੰਦੇ। ਮੈਂ ਕਹਿੰਦਾ ਹੁੰਦਾ ਕਿ ਚਲੋ ਵੀਰ ਪਹਿਲਾਂ ਨਹੀਂ ਸਿੱਖੇ ਸੀਗੇ, ਪਰ ਤੁਹਾਨੂੰ ਤਕਦੀਰ ਨੇ ਮੌਕਾ ਦਿੱਤਾ ਹੈ, ਤੁਹਾਡਾ ਨਾਮ ਹੋ ਚੁੱਕਿਆ, ਤੁਹਾਡੀਆਂ ਫਿਲਮਾਂ ਬਣ ਚੁੱਕੀਆਂ ਨੇ, ਹੁਣ ਸਿੱਖ ਲਓ ਯਾਰ ਜੀ, ਕੋਈ ਇਟਸ ਨੈਵਰ ਲੇਟ। ਨੋ ਕਦੇ ਵੀ ਨਹੀਂ, ਬੰਦਾ ਤਾਂ ਹਰ ਰੋਜ਼ ਸਿੱਖਦਾ, ਕਰਾਫਟ ਤਾਂ ਸਿੱਖ ਲਓ। ਪਰ ਉਹ ਚੱਕਰ ਹੈ ਕਿ ਇਸ ਵੇਲੇ ਮੈਨੂੰ ਐਂ ਲੱਗਦਾ ਕਿ ਲੋਕਾਂ ਨੂੰ ਐਂ ਲੱਗ ਰਿਹਾ ਕਿ ਦੌਰ ਚੱਲ ਰਿਹਾ ਨੋਟ ਛਾਪ ਲਓ। ਮੈਨੂੰ ਐਂ ਲੱਗ ਰਿਹਾ ਕਿ ਆਰਟਿਸਟ ਘੱਟ ਤੇ ਜਿਹੜੇ ਡਾਇਰੈਕਟਰ ਕਾਰੋਬਾਰੀ ਮਤਲਬ ਕਿ ਛਪਾਈ ਕਰਨ ਵਾਲੇ ਜ਼ਿਆਦਾ ਆਗੇ ਵਿੱਚ ਨੂੰ। ਤੇ ਐ ਨਹੀਂ ਮੈਂ ਕਹਿੰਦਾ ਸਾਰੇ ਮਤਲਬ ਵੀ ਬਹੁਤ ਵਧੀਆ ਲੋਕ ਕੰਮ ਕਰਨਾ ਚਾਹੁੰਦੇ, ਪਰ ਉਹੀ ਗੱਲ ਹੈ ਕਿ ਸਾਰੀ ਟੀਮ ਉਹੋ ਜਿਹੀ ਚਾਹੀਦੀ ਹੈ ਜਿਹੜੀ ਇਹ ਸੋਚਣਾ ਅੱਗੇ ਆਵੇ। ਬੈਰੀ ਭਾਜੀ ਵਕਤ ਕਹਿ ਰਿਹਾ ਕਿ ਰੁਕ ਜਾਣਾ ਚਾਹੀਦਾ, ਤੇ ਮੈਂ ਹਮੇਸ਼ਾ ਮੈਨੂੰ ਬਿਹਤਰ ਲਾਈਨਾਂ ਨਹੀਂ ਲੱਭੀਆਂ ਅੱਜ ਤੱਕ। ਮੈਂ ਮੇਰੇ ਖਿਆਲ 'ਚ ਇਹਦੇ 100 ਦੇ ਕਰੀਬ ਸ਼ੋਅ ਕਰ ਚੁੱਕਿਆ, ਤੇ ਮੈਂ ਇਹੀ ਕਹਿਣਾ ਹੁੰਦਾ कि वक्त की हर शय गुलाम, वक्त का हर शय पे राज, आदमी को चाहिए वक्त से डर कर रहे, क्या पता किस वक्त यारो वक्त का बदले मिजाज। ਇਦੋਂ ਪਹਿਲਾਂ ਵਕਤ ਦਾ ਮਿਜਾਜ਼ ਬਦਲੇ, ਇਦੋਂ ਪਹਿਲਾਂ ਕੁਦਰਤ ਸਾਡੇ ਤੇ ਹੋਰ ਕਹਿਰਵਾਨ ਹੋਵੇ, ਮਿਹਰਬਾਨ ਹੋਣਾ ਚਾਹੀਦਾ। ਅਸੀਂ ਕੁਦਰਤ ਤੇ ਮਿਹਰਬਾਨ ਹੋ ਜਾਾਂਗੇ ਤਾਂ ਕੁਦਰਤ ਸਾਡੇ ਤੇ 4 ਗੁਣਾ ਵੱਧ ਬਲੈਸਿੰਗਸ ਦੀ ਜਿਹੜੀ ਬਾਰਿਸ਼ ਕਰਦੀ ਹੈ। ਨੇਚਰ ਬਹੁਤ ਵੱਡੀ ਚੀਜ਼ ਹੈ, ਆਪਣੇ ਆਪ ਦੇ ਵਿੱਚ ਨੇਚਰ ਬਹੁਤ ਵੱਡੀ ਬਲੈਸਿੰਗ ਹੈ। ਮਿਜਾਜ਼ ਬਦਲਣ ਤੋਂ ਪਹਿਲਾਂ ਅਸੀਂ ਆਪਣੀ ਰਫ਼ਤਾਰ ਬਦਲ ਲੈਂਦੇ ਹਾਂ। ਤੁਹਾਡੇ ਆਉਣ ਵਾਲੇ ਪ੍ਰੋਜੈਕਟ ਲਈ ਜਸ ਪੰਜਾਬੀ ਦੀ ਪੂਰੀ ਟੀਮ ਵੱਲੋਂ, ਨਿੱਜੀ ਤੌਰ ਤੇ ਮੇਰੇ ਵੱਲੋਂ, ਉਪਲ ਸਾਹਿਬ ਵੱਲੋਂ ਤੁਹਾਨੂੰ ਬਹੁਤ ਸ਼ੁਭ ਇੱਛਾਵਾਂ। ਸਮ ਲਾਸਟ ਵਰਡਸ ਬਾਈ ਦ ਕੋਰ ਆਫ ਯੂਰ ਹਾਰਟ। ਬਹੁਤ ਸ਼ੁਕਰੀਆ ਪਹਿਲਾਂ ਤਾਂ ਇਹਨਾਂ ਸਾਰੀਆਂ ਦੁਆਵਾਂ ਦਾ, ਤੇ ਬਸ ਇਹੀ ਹੈ ਕਿ ਅਕਾਲ ਪੁਰਖ ਨੇ, ਮੈਂ ਜਿਵੇਂ ਕਿਹਾ ਕਿ ਮਿਹਰ ਕਰੀਏ, ਜੋ ਜਿਹੜੇ ਪਾਸੇ ਅੱਜ ਕੱਲ੍ਹ ਓਵਰਆਲ ਗੱਲ ਕਰ ਰਹੇ ਹਾਂ ਹੁਣ ਸਿਨੇਮਾ ਤੋਂ ਹਟ ਕੇ, ਕਿ ਜਿਹੜੇ ਲੋਕ ਧਰਮ ਜਾਂ ਹੋਰ ਗੱਲਾਂ ਤੇ ਲਕੀਰਾਂ ਵਿੱਚ ਪੈ ਰਹੀਆਂ, ਇਹ ਯਾਰੇ ਨਾ ਕਰੋ, ਪਿਆਰ ਕਰੋ, ਸਭ ਤੋਂ ਸੋਹਣਾ ਇਮੋਸ਼ਨ ਹੈ। ਤੇ ਬਾਕੀ ਭਾਈ ਸੁਪਨੇ ਦੇਖੋ, ਰੱਜ ਕੇ ਸੁਪਨੇ ਦੇਖੋ, ਸਾਰੇ ਦੇਖੋ, ਤੇ ਫਿਰ ਉਹਦੇ ਪਿੱਛੇ ਕੋਸ਼ਿਸ਼ ਕਰੋ ਉਹਨੂੰ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ। ਥੈਂਕ ਯੂ ਵੈਰੀ ਮਚ ਭਾਜੀ, ਬਹੁਤ ਸ਼ੁਕਰੀਆ। ਚੰਗਾ ਪਿਆਰੇ ਦਰਸ਼ਕੋ, ਸਾਹਿਤਕ ਤੰਦਾਂ ਦੇ ਕਿਸੇ ਹੋਰ ਸਫ਼ਰ ਦੇ ਵਿੱਚ ਫਿਰ ਹੋਰ ਕਿਸੇ ਹਮਸਫ਼ਰ ਦੇ ਨਾਲ ਆਪਾਂ ਸਾਹਿਤ ਦੀ ਤੰਦ ਪਾਵਾਂਗੇ। ਹਾਲ ਫਿਲਹਾਲ ਤੁਹਾਨੂੰ ਸਤਿ ਸ਼੍ਰੀ ਅਕਾਲ। ਜੀਵੇ ਪੰਜਾਬ ਤੇ ਜਿਉਣ ਪੰਜਾਬੀ। ਸਤਿ ਸ਼੍ਰੀ ਅਕਾਲ।